ਸੋ ਐਕਸਰਸਾਈਜ਼ 13.1 ਦਾ ਫਰਸਟ ਕੁਐਸਚਨ ਹੈ। ਉਹਨਾਂ ਨੇ ਕਿਹਾ ਆਪਾਂ ਨੂੰ 2 cubes each of volume 64 ਸੈਂਟੀਮੀਟਰ ਕਿਊਬ ਆਰ ਜੁਆਇੰਡ ਐਂਡ ਟੂ ਐਂਡ। ਓਕੇ, ਸੋ 2 ਕਿਊਬਸ ਆ ਜਿਨ੍ਹਾਂ ਨੂੰ ਐਂਡ ਟੂ ਐਂਡ ਜੁਆਇਨ ਕੀਤਾ ਜਾਵੇਗਾ। ਠੀਕ ਹੈ, ਸੋ ਵੀ ਹੈਵ ਟੂ ਫਾਈਂਡ ਸਰਫੇਸ ਏਰੀਆ ਆਫ ਰਿਜ਼ਲਟਿੰਗ ਕਿਊਬॉइड। ਹਾਂਜੀ, ਤਾਂ ਜਦੋਂ ਆਪਾਂ 2 ਕਿਊਬਸ ਨੂੰ ਜੁਆਇਨ ਕਰਾਂਗੇ ਤਾਂ ਓਬਵੀਅਸਲੀ ਉਹ ਇੱਕ ਕਿਊਬॉइड ਬਣ ਜਾਏਗਾ। ਉਸ ਦਾ ਆਪਾਂ ਸਰਫੇਸ ਏਰੀਆ ਕੱਢਣਾ ਹੈ। ਤਾਂ ਕੁਐਸਚਨ ਬਹੁਤ ਸੌਖਾ ਰਹੇਗਾ ਐਂਡ ਅਗਲੇ ਕੁਐਸਚਨ ਜਿਹੜੇ ਆਪਾਂ ਕਰਨੇ ਆ ਉਹਨਾਂ ਲਈ ਤੁਹਾਡੀ ਵਧੀਆ ਸਮਝ ਬਣੇਗੀ ਇਸ ਕੁਐਸਚਨ 'ਚੋਂ। ਠੀਕ ਹੈ, ਸੋ ਪਲੀਜ਼ ਧਿਆਨ ਨਾਲ ਸਮਝੋ। ਤਾਂ ਆਪਾਂ ਨੂੰ ਰਜੇ ਇਸ ਤਰੀਕੇ ਦੇ 2 ਕਿਊਬਸ ਦਿੱਤੇ ਗਏ ਹੈ। ਓਕੇ, ਸੋ ਇਹਨਾਂ ਨੂੰ ਆਪਾਂ ਜੁਆਇਨ ਕਰਨਾ ਜੀ ਫਰਦਰ। ਹਜੇ ਆਪਾਂ ਜੁਆਇਨ ਨਹੀਂ ਕਰਦੇ, ਸੋ ਪਹਿਲਾਂ ਆਪਾਂ ਇਹਨਾਂ ਬਾਰੇ ਸਟੱਡੀ ਕਰਦੇ ਹਾਂ। ਸੋ ਮੰਨ ਲਓ ਆਹ ਇਸ ਦੀ ਲੈਂਥ ਹੈ, ਸੋ A ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਬਿਕੋਜ਼ ਕਿਊਬ ਦੀਆਂ ਸਾਰੀਆਂ ਸਾਈਡਸ ਇਕੁਅਲ ਹੁੰਦੀਆਂ ਤਾਂ ਬ੍ਰੈਥ ਵੀ ਆਪਾਂ A ਕਹਿ ਦਿੰਦੇ ਹਾਂ ਐਂਡ ਜਿਹੜੀ ਹਾਈਟ ਹੈ, ਹਾਈਟ ਵੀ ਆਪਣੇ ਕੋਲ ਕੀ ਕਹਿ ਦਿੰਦੇ ਹਾਂ A, ਰਾਈਟ। ਤਾਂ ਆਪਾਂ ਹੁਣੇ ਕਰਕੇ ਆਏ ਹਾਂ ਜੀ ਪਿੱਛੇ ਲਾਸਟ ਵੀਡੀਓ ਦੇ ਵਿੱਚ। ਤਾਂ ਵੋਲਿਊਮ ਆਫ ਕਿਊਬ ਦਾ ਫਾਰਮੂਲਾ, ਸੋ ਵੋਲਿਊਮ ਆਫ ਕਿਊਬ ਤਾਂ ਕੀ ਫਾਰਮੂਲਾ ਹੁੰਦਾ ਜੀ? ਵੋਲਿਊਮ ਆਫ ਕਿਊਬ A ਕਿਊਬ, ਯਾਨੀ ਕਿ ਸਾਈਡਸ ਦਾ ਕਿਊਬ। ਠੀਕ ਹੈ, ਸੋ ਆਪਣੇ ਕੋਲੇ ਵੋਲਿਊਮ ਦਿੱਤਾ ਕਿੰਨਾ ਹੋਇਆ ਹੈ 64 ਸੈਂਟੀਮੀਟਰ ਕਿਊਬ ਐਂਡ ਇਸ ਨੂੰ ਇਕੁਅਲ ਰੱਖਿਆ ਆਪਾਂ A ਕਿਊਬ ਦੇ। ਤਾਂ ਇੱਥੋਂ ਆਪਣੇ ਕੋਲੇ A ਦੀ ਵੈਲਿਊ ਕਿੰਨੀ ਆ ਜਾਏਗੀ? ਕਿਊਬ ਉੱਧਰ ਆ ਕੇ ਹੋ ਜਾਏਗਾ ਜੀ ਕਿਊਬ ਰੂਟ। ਸੋ ਇਸ ਤੋਂ ਬਾਅਦ A ਇਜ਼ ਇਕੁਅਲਸ ਟੂ 64 ਨੂੰ ਆਪਾਂ ਲਿਖ ਸਕਦੇ ਹਾਂ 4 ਦਾ ਕਿਊਬ। ਸੋ 1/3, 3 ਨਾਲ 3 ਜਾਏਗਾ। ਸੋ A ਦੀ ਵੈਲਿਊ ਆ ਗਈ ਆਪਣੇ ਕੋਲੇ 4 ਸੈਂਟੀਮੀਟਰ, ਰਾਈਟ। ਸੋ ਹੁਣ ਤੁਸੀਂ ਧਿਆਨ ਨਾਲ ਦੇਖੋ, ਆਪਾਂ ਫਰਦਰ ਕੁਐਸਚਨ ਨੂੰ ਅੱਗੇ ਸਟੱਡੀ ਕਰਦੇ ਹਾਂ। ਸੋ ਆਪਣੇ ਕੋਲੇ A ਦੀ ਵੈਲਿਊ ਕਿੰਨੀ ਆ ਗਈ 4। ਠੀਕ ਹੈ, ਜੇਕਰ ਆਪਾਂ ਹੁਣ ਜੁਆਇਨ ਵੀ ਕਰੀਏ ਦੋਨਾਂ ਨੂੰ, ਦੋਨੋਂ ਕਿਊਬਸ ਨੂੰ ਆਪਾਂ ਜੁਆਇਨ ਕਰ ਦਿੰਦੇ ਹਾਂ ਜੀ ਕੁਛ ਇਸ ਤਰੀਕੇ। ਤਾਂ ਧਿਆਨ ਨਾਲ ਸਮਝੋ ਪਲੀਜ਼। ਤਾਂ ਆਪਾਂ ਨੂੰ ਇਹ ਇੱਕ ਕਿਊਬॉइड ਨਜ਼ਰ ਆ ਰਿਹਾ ਜਿਸ ਦੇ ਡਾਈਮੈਂਸ਼ਨਸ ਕੀ ਨਜ਼ਰ ਆ ਰਹੇ ਹੈ। ਤੁਸੀਂ ਦੇਖੋ, ਜਿਹੜੀ ਆਪਾਂ ਲੈਂਥ ਦੀ ਗੱਲ ਕਰ ਰਹੇ ਸੀ, ਲੈਂਥ ਕਿੰਨੀ ਹੋ ਗਈ 4 + 4 8 ਸੈਂਟੀਮੀਟਰ। ਠੀਕ ਹੈ, ਐਂਡ ਜਿਹੜੀ ਇਸ ਦੀ ਬ੍ਰੈਥ ਸੀਗੀ, ਬ੍ਰੈਥ ਤਾਂ ਉਨੀ ਰਹੀ, ਬ੍ਰੈਥ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ। ਧਿਆਨ ਨਾਲ ਦੇਖੋ, ਬ੍ਰੈਥ ਜਿੰਨੀ ਸੀਗੀ ਉਨੀ ਪਈ ਹੈ। ਐਂਡ ਜਿਹੜੀ ਹਾਈਟ ਹੈ, ਹਾਈਟ ਦੇ ਵਿੱਚ ਵੀ ਕੋਈ ਚੇਂਜ ਨਹੀਂ ਆਇਆ, ਉਨੀ ਹੀ ਹੈ। ਸੋ ਆਪਾਂ ਜੇਕਰ ਇੱਥੇ ਕਿਊਬॉइड ਦੀ ਗੱਲ ਕਰੀਏ, ਜਿਹੜੇ ਕਿਊਬॉइड ਦੇ ਡਾਈਮੈਂਸ਼ਨਸ ਬਣੇ ਆ ਉਹ ਕੀ ਕੁਛ ਬਣਿਆ? ਸੋ ਲੈਂਥ ਆਪਣੇ ਕੋਲੇ ਹੋ ਗਈ 4 + 4 8 ਸੈਂਟੀਮੀਟਰ ਐਂਡ ਜਿਹੜੀ ਬ੍ਰੈਥ ਹੈ, ਬ੍ਰੈਥ ਕਿੰਨੀ ਹੈ ਜੀ? ਸੇਮ 4 ਹੀ ਰਹੀ। ਐਂਡ ਜਿਹੜੀ ਹਾਈਟ ਹੈ, ਹਾਈਟ ਵੀ ਆਪਣੇ ਕੋਲੇ ਸੇਮ 4 ਹੀ ਰਹੀ, ਰਾਈਟ। ਸੋ ਹੁਣ ਆਪਾਂ ਇਸ ਦਾ ਸਰਫੇਸ ਏਰੀਆ ਕੱਢਣਾ ਹੈ। ਸੋ ਸਰਫੇਸ ਏਰੀਆ ਦਾ ਫਾਰਮੂਲਾ ਲਗਾਵਾਂਗੇ। ਮੈਂ ਇੱਥੇ ਲਿਖ ਦਿੰਦਾ ਜੀ ਸਰਫੇਸ ਏਰੀਆ ਆਫ ਕਿਊਬॉइड, ਸਰਫੇਸ ਏਰੀਆ ਆਫ ਕਿਊਬॉइड। ਹਾਂਜੀ, ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਹੁਣੇ ਕਰਕੇ ਆਏ ਹਾਂ ਜੀ। ਸੋ ਫਾਰਮੂਲਾ ਕੀ ਸੀਗਾ? 2 × LB + BH + HL। ਸੋ ਇੱਥੇ ਆਪਾਂ TSA ਦਾ ਯੂਜ਼ ਕਰਾਂਗੇ ਬਿਕੋਜ਼ ਆਪਣੇ ਕੋਲੇ ਕਿਊਬਸ ਦਿੱਤੇ ਹੋਏ ਆ ਐਂਡ ਉਹਨਾਂ ਦੇ ਵੋਲਿਊਮ ਦੀ ਗੱਲ ਹੋ ਰਹੀ ਹੈ, ਯਾਨੀ ਕਿ ਕਲੋਜ਼ਡ ਫਿਗਰਸ ਹੈ। ਠੀਕ ਹੈ, ਸੋ ਇਸ ਦਾ ਆਪਣੇ ਕੋਲੇ ਰਹੇਗਾ 2 × L ਦੀ ਵੈਲਿਊ ਆਪਣੇ ਕੋਲੇ ਕਿੰਨੀ ਦਿੱਤੀ ਹੋਈ ਹੈ ਜੀ? ਸੋ 8 × 4 ਬ੍ਰੈਥ ਇੰਟੂ ਹਾਈਟ ਆਪਣੇ ਕੋਲੇ 4 × 4 ਐਂਡ ਹਾਈਟ ਇੰਟੂ ਲੈਂਥ ਆਪਣੇ ਕੋਲੇ 4 × 8। ਸੋ ਇਹ ਹੋ ਜਾਏਗਾ ਆਪਣੇ ਕੋਲੇ 2 × ਟੋਟਲ ਆਪਣੇ ਕੋਲੇ ਅੰਦਰ ਆ ਜਾਏਗਾ ਬ੍ਰੈਕਟ ਦੇ 80, ਰਾਈਟ। ਸੋ ਇਸ ਨੂੰ ਮਲਟੀਪਲਾਈ ਕरेंगे, ਇਹ ਆ ਜਾਏਗਾ 160 ਸੈਂਟੀਮੀਟਰ ਸਕੁਆਇਰ। ਸੋ ਪਲੀਜ਼ ਯੂਨਿਟਸ ਪਾਉਣੀਆਂ ਬਹੁਤ ਜ਼ਰੂਰੀ ਰਹਿਣਗੀਆਂ। ਇੱਥੇ ਆਪਾਂ ਸਰਫੇਸ ਏਰੀਆ ਕੈਲਕੂਲੇਟ ਕਰ ਰਹੇ ਸੀ, ਸੋ ਦੈਟਸ ਵਾਈ ਮੈਂ ਇੱਥੇ ਯੂਨਿਟਸ ਕਿਹਦੇ ਪਾਏ ਆ? ਏਰੀਆ ਦੇ। ਠੀਕ ਹੈ, ਸੋ ਇਹ ਫਸਟ ਕੁਐਸਚਨ ਸੀ, ਹੋਪਫੁਲੀ ਤੁਹਾਨੂੰ ਸਮਝ ਆ ਗਿਆ। ਸੋ ਐਕਸਰਸਾਈਜ਼ 13.1 ਦਾ ਸੈਕਿੰਡ ਕੁਐਸਚਨ ਆਪਣੇ ਕੋਲੇ A vessel is in form of hollow hemisphere। ਸੋ ਇੱਕ hollow hemisphere ਦਿੱਤਾ ਗਿਆ ਜੀ, mounted by a hollow cylinder। ਓਕੇ, ਸੋ ਜਿਵੇਂ ਕਿ ਰਾਜੀ ਮੈਂ ਡਾਇਗਰਾਮ ਦੇ ਵਿੱਚ ਸ਼ੋਅ ਕੀਤਾ ਤਾਂ ਪਲੀਜ਼ ਡਾਇਗਰਾਮ ਤੁਹਾਨੂੰ ਖੁਦ ਬਣਾਉਣੀਆਂ ਪੈਣਗੀਆਂ, ਨੋਟ ਗਿਵਨ ਹੋਣਗੀਆਂ। ਸੋ ਇੱਕ ਆਪਣੇ ਕੋਲੇ hollow hemisphere ਆ ਇਸ ਤਰੀਕੇ ਦਾ, ਠੀਕ ਹੈ, ਜਿਸ ਨੂੰ ਮੈਂ ਬਲੂ 'ਚ ਬਣਾਇਆ। ਉਸ ਨੂੰ ਮਾਊਂਟ ਕੀਤਾ ਗਿਆ ਇੱਕ ਸਿਲੰਡਰ ਦੇ ਨਾਲ। ਠੀਕ ਹੈ, ਸੋ ਜਿਸ ਤਰੀਕੇ ਆਹ ਆਪਣੇ ਕੋਲੇ ਉੱਪਰੋਂ ਇੱਕ ਸਿਲੰਡਰ ਦੇ ਨਾਲ ਕੀ ਕੀਤਾ ਗਿਆ, ਇਸ ਨੂੰ ਮਾਊਂਟ। ਡਨ। ਫਰਦਰ ਉਹਨਾਂ ਨੇ ਕਿਹਾ ਹੈ ਦਾ ਡਾਇਆਮੀਟਰ ਆਫ ਹੈਮੀਸਫੀਅਰ ਇਜ਼ 14 ਸੈਂਟੀਮੀਟਰ। ਜਿਹੜਾ ਹੈਮੀਸਫੀਅਰ ਆ ਉਸ ਦਾ ਡਾਇਆਮੀਟਰ ਕਿੰਨਾ ਦਿੱਤਾ ਹੈ? 14 ਸੈਂਟੀਮੀਟਰ। ਓਕੇ,
एंड द टोटल हाइट ऑफ द वेसल इज, टोटल हाइट वेसल की कितनी दी गई है 13 सेंटीमीटर। तो आप पहला डिस्ट्रीब्यूट कर लिए तो आपको क्वेश्चन सौखा हो जाएगा। पहला मैं एक साइड पर हैमीस्फीयर लिख लेना क्योंकि उन्होंने हैमीस्फीयर बारे आपको दिता होया काफ़ी कुछ। सो पहला मैं इत्थे लिख दिना डायमीटर, हैमीस्फीयर का डायमीटर कितना दिता है जी, आपको दिता होया 14 सेंटीमीटर। सो दैट मीनस रेडियस कितना हो गया इसका हाफ। सो रेडियस अपने को आ गया 7 सेंटीमीटर, राइट। ओके, तो थोड़ा जिहा आप डायग्राम से भी शो कर दिए। जेकर अपने को रजे इत्थों लैके आह पोर्शन हुंदा है रेडियस, जेकर ए वाला पोर्शन 7 आ तो ओबीयसली ए वाला पोर्शन भी कितना होएगा 7, सही है जी। सो नीचे नूं भी रेडियस हुंदा है, ये साइड वाइज भी रेडियस, हैमीस्फीयर का रेडियस इक्वल ही हुंदा सारे पासे, है ना। ओके, तो हुण आपां अगे रीड करते हैं। उन्होंने कहा है टोटल हाइट ऑफ द वेसल इज 13 सेंटीमीटर। सो इत्थों लैके जिहड़ी इत्थों तक बचे टोटल हाइट उन्होंने कहा है वो कितनी कहा जी 13 सेंटीमीटर। ओके, बट जिहड़ी आह वाली हाइट है ये कितनी है 7। सो ओबीयसली जिहड़ी उपर अपने को हाइट रहेगी, जिहड़ी कि सिलेंडर की हाइट है वो कितनी रहेगी 13 माइनस 7 यानी कि 6 सेंटीमीटर, है ना। फिर ही अपने को हाइट कंप्लीट हो ना 13 टोटल। ओके, सो आपां दूसरी साइड ते सिलेंडर का पोर्शन बना लेने। मैं इत्थे लिख दिना सिलेंडर। ओके, सो अपने को जिहड़ा हुण तुसीं रेडियस देखो, जिन्ना रेडियस अपने को हैमीस्फीयर का सी उन्ना रेडियस ही किसका होगा सिलेंडर का, बिकॉज उहदे उपर माउंट किया गया। तो मैं इत्थे लिख दिना रेडियस ऑफ सिलेंडर इज ऑलवेज सेम, जिन्ना अपने को हैमीस्फीयर का सी उन्ना ही रहूगा। सो ये 7 सेंटीमीटर लिखता। एंड जी हाइट है बेटे, हाइट अपने को सिलेंडर की कितनी है जी, ये आ गई आपां हुणे माइनस करके देखिया 13 माइनस 7 दैट इज 6 सेंटीमीटर। ओके, सो आपां हुण करना की है, वी हैव टू फाइंड इनर सरफेस एरिया ऑफ वैसल। सो जिहड़ा अपना वैसल आ इसका इनर सरफेस एरिया कितना होगा। जिवें कि हुण ना तुसीं इस फिगर नूं एक गलास के तौर पर समझो, जिवें अपने कोले चाह पानी पीने वाला एक गलास हुंदा है ना, उदां। सो तुसीं इस नूं अंदरों पेंट करना, तो तुसीं खुद सोचो हुण थोड़ा प्रैक्टिकली भी तुसीं किहड़ी चीज़ नूं पेंट करना होगा। तुसीं एक तां जिहड़ा सिलेंडर आ उसका इनर सरफेस एरिया पेंट कर रहे हो, एंड एक जिहड़ा अपने कोल नीचे हैमीस्फीयर आ उसका सरफेस एरिया पेंट कर रहे हो, है ना। तो आपां नूं पता लग जाता ईजली भी आपां CSA लगावांगे कि TSA। हुण अपने कोले उपर कोई भी कवर्ड पोर्शन नहीं हैगा भी जिस दे नाल इस नूं इस तरीके आपां उपरों भी पेंट करना होवे, इदां तां नहीं हैगा। जे इदां हुंदा तां आपां TSA दी गल करदे, एंड हुण आपां किस दी गल करांगे CSA दी, ठीक है। सो मैं इत्थे लिख दिना रिक्वायर्ड एरिया। सो आपां बहुत ध्यान नाल करदे हां जी, रिक्वायर्ड एरिया इज इक्वल्स टू CSA of hemisphere, CSA of hemisphere plus CSA of cylinder, ठीक है। सो आपां पिछली वीडियो दे विच इन्हां नूं कीता सीगा, जिहड़ी फॉर्मूला दी वीडियो कीती हुई है भी हैमीस्फीयर एंड सिलेंडर दा CSA की हुंदा है। सो पहलां आपां लगाउने आ जी 2 पाई r स्क्वायर CSA ऑफ हैमीस्फीयर एंड प्लस कीता आपां इस नूं CSA ऑफ सिलेंडर दे नाल जिहड़ा की सीगा 2 पाई r h। तो कैलकुलेशन बहुत सौखी रहेगी। सब तो पहलां आपां 2 पाई r कॉमन ही कढ लैने आ। सो कॉमन कढिया, अपने कोले अंदर बचिया r प्लस इत्थे की बचूगा जी h, है ना। ओके, तो हुण अपने कोले बहुत ध्यान नाल देखो 2 इंटू पाई की वैल्यू 22.7 एंड r की वैल्यू अपने को कितनी दी हुई है, r की वैल्यू हैगी 7 एंड अंदर भी पुट कर दें ब्रैकेट्स 7 प्लस 6, h की वैल्यू कितनी सी 6। सो ओवरऑल अपने को आंसर आ जाएगा इतों 7 नाल 7 कट हो गया। सो 22 इंटू 2 हो गया 44 एंड ब्रैकेट के अंदर अपने को बचा 7 प्लस 6 13। सो ओवरऑल आंसर अपने को आ जाएगा मल्टीप्लाई होके 572 सेंटीमीटर स्क्वायर, ठीक है। सो ये अपने को की रहेगा आंसर। सो स्क्वायर क्यों पाया मैं सेंटीमीटर स्क्वायर, बिकॉज आपां एरिया कट 13.1 का थर्ड क्वेश्चन है। उन्होंने कहा अ टॉय
is in the form of cone of radius 3.5 centimeter. Okay, mounted on a hemisphere of same radius. Okay, so ਪਹਿਲਾਂ ਡਾਇਗਰਾਮ ਸਮਝਦੇ ਹਾਂ। ਉਹਨਾਂ ਨੇ ਕਿਹਾ ਇੱਕ ਕੋਨ ਹੈ ਜਿਸ ਨੂੰ ਮਾਊਂਟ ਕੀਤਾ ਗਿਆ ਇੱਕ ਹੈਮੀਸਫੀਅਰ ਤੇ ਐਂਡ ਉਹਨਾਂ ਦਾ ਰੇਡੀਅਸ ਆ ਜਿਹੜਾ ਉਹ ਕੀ ਕਿਹਾ ਸੇਮ। ਠੀਕ ਹੈ ਜੀ, ਸੋ ਪਹਿਲਾਂ ਆਪਾਂ ਡਾਇਗਰਾਮ ਬਣਾਉਣੇ ਆ, ਧਿਆਨ ਨਾਲ ਦੇਖਿਓ ਬੱਚੇ। ਸੋ ਆਪਣੇ ਕੋਲ ਇੱਕ ਆ ਹੈਮੀਸਫੀਅਰ ਆ, ਇਸ ਦੇ ਉੱਪਰ ਬੱਚੇ ਕੀ ਕੀਤਾ ਗਿਆ, ਇੱਕ ਕੋਨ ਮਾਊਂਟ ਕੀਤਾ ਗਿਆ। ਸੋ ਆਪਾਂ ਇੱਕ ਕੋਨ ਬਣਾ ਲੈਂਦੇ ਹਾਂ ਜੀ। ਸੋ ਆਹ ਆਪਣੇ ਕੋਲ ਇਸ ਤਰੀਕੇ ਇੱਕ ਕੋਨ ਹੈ ਜੋ ਇਸ ਦੇ ਉੱਪਰ ਮਾਊਂਟ ਕੀਤਾ ਗਿਆ। ਡਨ। ਫਰਦਰ ਉਹਨਾਂ ਨੇ ਰੇਡੀਅਸ ਦੀ ਗੱਲ ਕੀਤੀ ਹੈ, ਰੇਡੀਅਸ ਆ ਜਿਹੜਾ ਦੋਨਾਂ ਦਾ ਉਹ ਕੀ ਹੈ ਸੇਮ। ਸੋ ਦੈਟ ਮੀਨਸ ਸੋ ਆਹ ਆਪਣੇ ਕੋਲ ਪੋਰਸ਼ਨ ਕਿੰਨਾ ਹੋ ਗਿਆ 3.5 ਜੋ ਉਹਨਾਂ ਨੇ ਦਿੱਤਾ ਹੋਇਆ ਹੈ ਨਾ। ਸੋ ਆਪਾਂ ਪਿਛਲੇ ਕੁਐਸਚਨ 'ਚ ਵੀ ਕਰਕੇ ਆਏ ਹਾਂ। ਸੋ ਨੀਚੇ ਨੂੰ ਵੀ ਜਿਹੜਾ ਇਹ ਪੋਰਸ਼ਨ ਹੋਊਗਾ ਇਹ ਕਿੰਨਾ ਹੋਊਗਾ ਫਿਰ 3.5 ਹੀ ਹੋਊਗਾ, ਬਿਕੋਜ਼ ਇਹ ਵੀ ਕੀ ਹੈ ਰੇਡੀਅਸ ਹੀ ਹੈ ਹੈਮੀਸਫੀਅਰ ਦਾ, ਹੈ ਨਾ। ਫਰਦਰ ਅੱਗੇ ਰੀਡ ਕਰਦੇ ਹਾਂ। ਉਹਨਾਂ ਨੇ ਕਿਹਾ ਦਾ ਟੋਟਲ ਹਾਈਟ ਆਫ ਦਾ ਟੋਏ ਇਜ਼ 15.5 ਸੈਂਟੀਮੀਟਰ। ਸੋ ਜਿਹੜੀ ਟੋਟਲ ਹਾਈਟ ਹੈ ਟੋਏ ਦੀ ਇੱਥੋਂ ਲੈ ਕੇ ਇੱਥੋਂ ਤੱਕ, ਸੋ ਟੋਟਲ ਹਾਈਟ ਬੱਚੇ ਉਹਨਾਂ ਨੇ ਆਪਾਂ ਨੂੰ ਕਿਹਾ ਹੈ 15.5। ਓਕੇ, ਸੋ ਜੇਕਰ ਇਹ 15.5 ਹੈ ਪਰ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਓਨਲੀ ਇੰਨੀ ਕੁ ਹਾਈਟ ਕਿੰਨੀ ਹੈ ਆਹ ਵਾਲੇ ਪੋਰਸ਼ਨ ਦੀ, ਇਹ ਹੈਗੀ ਹੈ 3.5। ਤਾਂ ਓਬਵੀਅਸਲੀ ਫਿਰ ਜਿਹੜੀ ਉੱਪਰ ਵਾਲੀ ਹਾਈਟ ਰਹੇਗੀ ਇਹ ਕਿੰਨੀ ਰਹੇਗੀ, ਸੋ ਦੋਨਾਂ ਨੂੰ ਸਬਟਰੈਕਟ ਕਰਕੇ ਪਤਾ ਲੱਗ ਜਾਏਗਾ। ਸੋ 15.5 ਚੋਂ 3.5 ਮਾਈਨਸ ਕਰ ਦਿੰਦੇ ਆ, ਇਹ ਬਚੂਗਾ ਜੀ ਆਪਣੇ ਕੋਲੇ 12 ਸੈਂਟੀਮੀਟਰ, ਰਾਈਟ। ਸੋ ਹੁਣ ਆਪਣੇ ਕੋਲੇ ਹਾਈਟ ਆ ਚੁੱਕੀ ਹੈ ਕੋਨ ਦੀ, ਦੈਟ ਇਜ਼ ਇੱਥੋਂ ਆਪਣੇ ਕੋਲੇ ਆ ਗਈ 12 ਸੈਂਟੀਮੀਟਰ। ਸੋ ਕੋਨ ਦੀ ਹਾਈਟ ਵੀ ਹੈਗੀ ਹੈ, ਆਪਣੇ ਕੋਲੇ ਰੇਡੀਅਸ ਵੀ ਹੈਗਾ। ਸੋ ਕਿਹੜੀ ਚੀਜ਼ ਹੈ ਨਹੀਂ, ਸਿਰਫ ਸਲੈਂਟ ਹਾਈਟ। ਸੋ ਬੇਟੇ ਇਸ ਨੂੰ ਆਪਾਂ ਸਲੈਂਟ ਹਾਈਟ ਬੋਲਦੇ ਹਾਂ ਜੀ, ਐਂਡ ਪਾਇਥਾਗੋਰਸ ਲਗਾ ਕੇ ਆਪਾਂ ਈਜ਼ਲੀ ਇਸ ਨੂੰ ਕੈਲਕੂਲੇਟ ਕਰ ਲਾਂਗੇ। ਠੀਕ ਹੈ, ਜਿਸ ਨੂੰ ਆਪਾਂ ਐਲ ਨਾਲ ਰਿਪਰੈਜ਼ੈਂਟ ਕਰਦੇ ਹਾਂ, ਜ਼ਿਆਦਾ ਨਾ। ਲਓ ਜੀ, ਸੋ ਆਪਣੇ ਕੋਲੇ ਕੁਐਸਚਨ ਨੂੰ ਸ਼ੁਰੂ ਕਰਦੇ ਹਾਂ। ਸੋ ਬੇਟੇ ਇੱਥੇ ਆਪਣੇ ਕੋਲੇ ਹਾਈਟ ਦਿੱਤੀ ਹੋਈ ਹੈ ਜੀ 12 ਸੈਂਟੀਮੀਟਰ ਹਾਈਟ ਆਫ ਕੋਨ, ਰੇਡੀਅਸ ਦਿੱਤਾ ਹੋਇਆ ਜੀ ਆਪਾਂ ਨੂੰ 3.5 ਸੈਂਟੀਮੀਟਰ ਐਂਡ ਐਲ ਆਪਾਂ ਨੂੰ ਨਹੀਂ ਦਿੱਤੀ ਹੋਈ। ਫਰਦਰ ਆਪਾਂ ਦੇਖਾਂਗੇ ਵੀ ਆਪਾਂ ਕੀ ਕੁਝ ਫਾਈਂਡ ਆਊਟ ਕਰਨਾ। ਠੀਕ ਹੈ, ਸੋ ਪਹਿਲਾਂ ਐਲ ਕੱਢ ਲਈਏ ਬੇਟੇ। ਸੋ ਆਪਣੇ ਕੋਲੇ ਵੀ ਨੋ, ਮੈਂ ਇੱਥੇ ਲਿਖ ਦਿੰਦਾ ਐਲ ਇਜ਼ ਇਕਲਸ ਟੂ ਕੀ ਫਾਰਮੂਲਾ ਹੁੰਦਾ ਜੀ, ਸੋ ਐਚ ਸਕੁਆਇਰ ਪਲੱਸ ਆਰ ਸਕੁਆਇਰ। ਠੀਕ ਹੈ, ਸੋ ਇਹ ਹਮੇਸ਼ਾ ਬੱਚਿਆਂ ਨੇ ਯਾਦ ਕਰ ਲੈਣਾ ਜੀ। ਸਲੈਂਟ ਹਾਈਟ ਕੱਢਣ ਦਾ ਫਾਰਮੂਲਾ ਐਲ ਇਜ਼ ਇਕਲਸ ਟੂ ਐਚ ਦੀ ਵੈਲਿਊ ਕਿੰਨੀ ਹੈ ਬੇਟੇ ਆਪਣੇ ਕੋਲ 12 ਦਾ ਸਕੁਆਇਰ ਪਲੱਸ 3.5 ਦਾ ਸਕੁਆਇਰ। ਲਓ ਜੀ, ਤਾਂ ਇੱਥੋਂ ਬੇਟੇ ਆਪਾਂ ਐਲ ਦੀ ਵੈਲਿਊ ਕੱਢ ਲਾਂਗੇ, ਇਹ ਬਣ ਗਿਆ ਜੀ ਇੱਥੋਂ ਮੇਰੇ ਕੋਲ 144 ਪਲੱਸ ਇਸ ਦਾ ਬਣ ਜਾਏਗਾ 12.25 ਐਂਡ ਇਹ ਆਪਣੇ ਕੋਲ ਆ ਜਾਏਗਾ L ਇਜ਼ ਇਕਲਸ ਟੂ 156.25 ਐਂਡ ਜਿਹੜੀ ਆਪਣੀ ਕੋਲ L ਦੀ ਵੈਲਿਊ ਆ ਗਈ, ਇਹ ਵੈਲਿਊ ਕਿੰਨੀ ਆ ਜਾਏਗੀ ਕੈਲਕੂਲੇਟ ਕਰਕੇ 12.5 ਸੈਂਟੀਮੀਟਰ। ਠੀਕ ਹੈ, ਸੋ L ਦੀ ਵੈਲਿਊ ਆ ਗਈ। ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਅੱਗੇ ਕਰਨਾ ਕੀ ਕੁਛ ਹੈ। ਜਦੋਂ ਵੀ ਕੋਣ ਦੇ ਕੇਸ 'ਚ ਆਪਾਂ ਨੂੰ ਏਰੀਆ ਦੀ ਗੱਲ ਹੋਵੇ ਤਾਂ L ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਆਪਾਂ ਦੇਖਦੇ ਹਾਂ ਵੀ ਆਪਾਂ ਅੱਗੇ ਕੀ ਚੀਜ਼ ਫਾਈਂਡ ਆਊਟ ਕਰਨੀ ਹੈ। ਸੋ ਵੀ ਹੈਵ ਟੂ ਫਾਈਂਡ ਟੋਟਲ ਸਰਫੇਸ ਏਰੀਆ ਆਫ ਟੋਏ। ਤਾਂ ਪਲੀਜ਼ ਬੱਚੇ ਇਸ ਨੂੰ ਰੱਟਾ ਨਹੀਂ ਲਗਾਉਣਾ, ਇਸ ਦਾ ਮਤਲਬ ਇਹ ਨਹੀਂ ਕਿਹਾ ਉਹਨਾਂ ਨੇ ਵੀ TSA ਕੱਢੋ, ਉਹਨਾਂ ਨੇ ਕਿਹਾ ਟੋਟਲ ਸਰਫੇਸ ਏਰੀਆ। ਤਾਂ ਪਲੀਜ਼ ਪਹਿਲਾਂ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਵੀ ਇਸ ਦਾ ਟੋਟਲ ਸਰਫੇਸ ਏਰੀਆ ਕੀ ਨਿਕਲੇਗਾ, ਵੀ ਇਸ ਟੋਏ ਦਾ ਪੂਰਾ। ਇਸ ਟੋਏ ਨੂੰ ਯਾਰ ਆਪਾਂ ਪੇਂਟ ਕਰਨਾ, ਤਾਂ ਤੁਸੀਂ ਇਹ ਦੇਖੋ ਵੀ ਕਿੱਦਾਂ ਪੇਂਟ ਹੋਊਗਾ। ਇੱਕ ਤਾਂ ਆਪਣੇ ਕੋਲੇ ਜਿਹੜਾ ਕੋਨ ਹੈ ਉੱਪਰ ਲੱਗਿਆ ਹੋਇਆ ਉਸ ਦੀ ਆਊਟਰ ਸਰਫੇਸ ਪੇਂਟ ਹੋਏਗੀ, ਹੈ ਨਾ। ਸੋ ਮੈਂ ਇੱਥੇ ਲਿਖ ਦਿੰਦਾ ਰਿਕੁਆਇਰਡ ਏਰੀਏ ਦੀ ਜੇਕਰ ਆਪਾਂ ਗੱਲ ਕਰੀਏ। ਪਲੀਜ਼ ਕੋਈ ਵੀ ਬੱਚਾ TSA ਦੇ ਨਾਲ ਕਨਫਿਊਜ਼ ਨਾ ਹੋ ਜੇ, ਇੱਥੇ TSA ਦੀ ਗੱਲ ਨਹੀਂ ਹੋ ਰਹੀ। ਠੀਕ ਹੈ, ਰਿਕੁਆਇਰਡ ਏਰੀਆ। ਸੋ ਮੈਂ ਇੱਥੇ ਲਿਖ ਦਿੰਦਾ। ਸੋ ਆਪਣੇ ਕੋਲ ਕੀ ਕੁਛ ਆਏਗਾ, ਇੱਕ ਤਾਂ ਬੱਚੇ ਜਿਹੜਾ ਕੋਨ ਹੈ, ਕੋਨ ਦੀ ਆਊਟਰ ਸਰਫੇਸ ਆ ਜਿਹੜੀ ਉਹ ਸਾਰੀ ਪੇਂਟ ਹੋਏਗੀ। ਦੈਟ ਮੀਨਸ πRL, ਹੈ ਨਾ, ਬਿਕੋਜ਼ ਜਿਹੜਾ ਉਹ ਕੋਨ ਹੈ, ਕੋਨ ਦਾ ਜਿਹੜਾ ਨੀਚੇ ਇੱਕ ਢੱਕਣ ਲੱਗਦਾ ਹੁੰਦਾ ਉਹ ਜਗ੍ਹਾ ਨਹੀਂ ਪੇਂਟ ਹੋਣ ਵਾਲੀ, ਰਾਈਟ। ਪਲੱਸ ਪਾਇਆ ਜੀ ਆਪਾਂ ਨੀਚੇ ਜਿਹੜਾ ਹੈਮੀਸਫੀਅਰ ਆ ਉਹ ਹੈਮੀਸਫੀਅਰ ਪੇਂਟ ਹੋਏਗਾ। ਸੋ ਹੈਮੀਸਫੀਅਰ ਦਾ ਫਾਰਮੂਲਾ ਆਪਾਂ CSA ਪਹਿਲਾਂ ਵੀ ਕਰਕੇ ਆਏ ਹਾਂ, ਕੀ ਹੈ ਬੇਟੇ ਉਹ 2πR ਸਕੁਆਇਰ, ਰਾਈਟ। ਤਾਂ ਇੱਥੋਂ ਆਪਾਂ ਇਸ ਨੂੰ ਕੈਲਕੂਲੇਟ ਕਰਦੇ ਹਾਂ, ਤਾਂ ਜੋ ਕਾਮਨ ਨਿਕਲਦਾ ਚੀਜ਼ ਪਹਿਲਾਂ
ਪਾਈ ਆਰ ਕਾਮਨ ਨਿਕਲ ਗਿਆ, ਅੰਦਰ ਬਚਿਆ L + 2R ਹੈ ਨਾ। ਸੋ ਇਸ ਨੂੰ ਆਪਾਂ ਸੋਲਵ ਕਰਦੇ ਹਾਂ। ਪਾਈ ਦੀ ਵੈਲਿਊ 22.7, ਆਰ ਦੀ ਵੈਲਿਊ ਬੱਚੇ ਆਪਾਂ ਨੂੰ ਦਿੱਤੀ ਹੋਈ ਹੈ ਜੀ 3.5, ਯਾਨੀ ਕਿ ਇਸ ਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ। ਐਂਡ L ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ ਜੀ, ਆਪਾਂ ਜੋ ਹੁਣੇ ਕੈਲਕੂਲੇਟ ਕੀਤੀ ਸੀ 12.5, ਐਂਡ 2 × R ਦੀ ਵੈਲਿਊ ਆਪਣੇ ਕੋਲ ਦਿੱਤੀ ਹੋਈ ਹੈ 3.5। ਲਓ ਜੀ, ਸੋ ਆਪਣੇ ਕੋਲੇ ਇਸ ਨੂੰ ਸੋਲਵ ਕਰ ਲੈਂਦੇ ਹਾਂ। ਇਹ 5 ਤੇ ਜਾਏਗਾ ਐਂਡ ਫਰਦਰ ਇੱਥੇ ਆਪਣੇ ਕੋਲ 2 ਤੇ ਜਾਏਗਾ। ਮੈਂ ਕੈਲਕੂਲੇਸ਼ਨਾਂ ਰਾਹੀਂ ਤੁਹਾਡੇ ਸਾਹਮਣੇ ਕਰਕੇ ਦਿਖਾਊਂਗਾ, ਕਿਉਂਕਿ ਬੱਚੇ ਫਿਰ ਕੈਲਕੂਲੇਸ਼ਨਾਂ 'ਚ ਕਨਫਿਊਜ਼ ਹੋ ਜਾਂਦੇ ਆ। ਠੀਕ ਹੈ, ਸੋ ਇਹ ਆਪਣੇ ਕੋਲੇ 12.5 + 7, 3.5 ਨੂੰ 2 ਨਾਲ ਕਰਾਂਗੇ 7 ਹੀ ਆਏਗਾ। ਸੋ ਇਹ ਬਣ ਗਿਆ ਜੀ 11 × 19.5। ਸੋ ਇਸ ਨੂੰ ਆਪਾਂ ਕੈਲਕੂਲੇਟ ਕਰਕੇ ਦੇਖੋ ਜੀ, ਇਨਟੂ ਕਰਦੇ ਹਾਂ। ਸੋ ਆਪਣੇ ਕੋਲੇ ਓਵਰਆਲ ਆਨਸਰ ਆਏਗਾ 214.5 ਸੈਂਟੀਮੀਟਰ ਸਕੁਆਇਰ। ਡਨ। ਸੋ ਇਹ ਉਹ ਵਾਲਾ ਏਰੀਆ ਆ ਜੋ ਆਪਾਂ ਪੇਂਟ ਕਰਾਂਗੇ ਆਊਟਰ ਸਾਈਡ ਤੋਂ। ਪਲੀਜ਼ ਇਸ ਨੂੰ TSA ਦੇ ਨਾਲ ਕਨਫਿਊਜ਼ ਨਹੀਂ ਕਰਨਾ। ਐਕਸਰਸਾਈਜ਼ 13.1 ਦਾ 4th ਕੁਐਸਚਨ ਆਪਣੇ ਕੋਲੇ ਉਹਨਾਂ ਨੇ ਕਿਹਾ ਅ ਕਿਊਬਿਕਲ ਬਲੌਕ ਆਫ ਸਾਈਡ 7 ਸੈਂਟੀਮੀਟਰ is surmounted by a hemisphere। ਓਕੇ ਜੀ, ਸੋ ਪਹਿਲਾਂ ਆਪਾਂ ਡਾਇਗਰਾਮ ਨੂੰ ਸਮਝਦੇ ਹਾਂ ਧਿਆਨ ਨਾਲ। ਉਹਨਾਂ ਨੇ ਕਿਹਾ ਹੈ ਇੱਕ ਕਿਊਬਿਕਲ ਬਲੌਕ ਹੈ ਜਿਸ ਦੀ ਸਾਈਡ ਕਿੰਨੀ ਹੈ 7 ਸੈਂਟੀਮੀਟਰ। ਓਕੇ, ਸੋ ਉਸ ਨੂੰ ਸਰਮਾਊਂਟ ਕੀਤਾ ਗਿਆ ਇਸ ਤਰੀਕੇ ਇੱਕ ਹੈਮੀਸਫੀਅਰ ਦੇ ਨਾਲ। ਠੀਕ ਹੈ, ਤਾਂ ਪਹਿਲਾਂ ਡਾਇਗਰਾਮ ਨੂੰ ਧਿਆਨ ਨਾਲ ਸਮਝਦੇ ਹਾਂ, ਈਜ਼ਲੀ ਕਲੀਅਰ ਹੋ ਜਾਏਗਾ। ਪਹਿਲਾ ਕੁਐਸਚਨ ਉਹਨਾਂ ਨੇ ਇਹਦੀ ਬਿਹਾਫ ਤੇ ਪੁੱਛਿਆ ਵਾਟ ਇਜ਼ ਦਾ ਗ੍ਰੇਟੈਸਟ ਡਾਇਆਮੀਟਰ ਦਾ ਹੈਮੀਸਫੀਅਰ ਕੈਨ ਹੈਵ। ਤਾਂ ਓਬਵੀਅਸਲੀ ਧਿਆਨ ਨਾਲ ਦੇਖੋ ਵੀ ਜੇਕਰ ਆਪਣੇ ਕਿਊਬ ਦੀ ਜਿਹੜੀ ਸਾਈਡ ਹੈ ਉਹ ਹੈਗੀ ਹੈ 7 ਸੈਂਟੀਮੀਟਰ, ਤਾਂ ਓਬਵੀਅਸਲੀ ਜਿਹੜਾ ਇਸ ਦਾ ਲਾਰਜੈਸਟ ਡਾਇਆਮੀਟਰ ਹੋਊਗਾ ਉਹ ਵੀ ਕਿੰਨਾ ਹੋਊਗਾ 7 ਹੀ ਹੋਊਗਾ। ਜੋ ਇਹਦੇ ਉੱਪਰ ਸਰਮਾਊਂਟ ਕੀਤਾ ਗਿਆ ਆਪਣਾ ਹੈਮੀਸਫੀਅਰ, ਉਸ ਦਾ ਜਿਹੜਾ ਸਭ ਤੋਂ ਵੱਧ ਡਾਇਆਮੀਟਰ ਹੋ ਸਕਦਾ ਪੋਸੀਬਲ ਉਹ ਕਿੰਨਾ ਹੋਊਗਾ, ਜਿੰਨੀ ਟੋਟਲ ਲੈਂਥ ਹੈ ਸਾਈਡ ਦੀ ਕਿਊਬ ਦੀ, ਹੈ ਨਾ। ਸੋ ਇਹਦਾ ਆਨਸਰ ਕੀ ਆਊਗਾ 7 ਸੈਂਟੀਮੀਟਰ। ਪਰ ਇਸ ਤੋਂ ਅੱਗੇ ਸੈਕਿੰਡ ਕੁਐਸਚਨ ਉਹਨਾਂ ਨੇ ਕਿਹਾ, ਉਸ ਨੂੰ ਰੀਡ ਕਰਦੇ ਹਾਂ। ਉਹਨਾਂ ਨੇ ਕਿਹਾ ਵਾਟ ਇਜ਼ ਦਾ ਸਰਫੇਸ ਏਰੀਆ ਆਫ ਸੋਲਿਡ। ਤਾਂ ਇਸ ਨੂੰ ਬਹੁਤ ਧਿਆਨ ਨਾਲ ਸਮਝਣਾ ਬੱਚੇ। ਠੀਕ ਹੈ, ਤਾਂ ਰਿਕੁਐਸਟ ਆ ਵੀ ਇਸ ਕੁਐਸਚਨ 'ਚ ਤੁਹਾਨੂੰ ਬਹੁਤ ਕੁਝ ਕਲੀਅਰ ਹੋਣ ਵਾਲਾ ਹੈ, ਤਾਂ ਧਿਆਨ ਨਾਲ ਸਮਝਿਓ। ਡਨ। ਤਾਂ ਪਹਿਲਾਂ ਆਪਾਂ ਚੀਜ਼ਾਂ ਬਾਰੇ ਪੜ੍ਹਦੇ ਹਾਂ ਵੀ ਦੇਖੋ ਇਸ ਦਾ ਰਿਕੁਆਇਰਡ ਏਰੀਆ ਜਿਹੜਾ ਆਪਣਾ ਉਹ ਕੀ ਰਹੂਗਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਮੈਂ ਇੱਥੇ ਲਿਖ ਦਿੰਦਾ ਇੰਪੋਰਟੈਂਟ 1। ਠੀਕ ਹੈ, ਸੋ ਰਿਕੁਆਇਰਡ ਏਰੀਆ ਕੀ ਰਹਿਣ ਵਾਲਾ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਲਿਖ ਦਿੰਦਾ TSA ਆਫ ਕਿਊਬ। ਹੁਣ ਬਹੁਤ ਬੱਚਿਆਂ ਦਾ ਕੁਐਸਚਨ ਇਹ ਹੋਊਗਾ ਵੀ ਸਰ TSA ਕਿਉਂ ਯੂਜ਼ ਕੀਤਾ ਹੈ। TSA ਆਫ ਕਿਊਬ। ਠੀਕ ਹੈ, ਓਕੇ ਜੀ। ਫਰਦਰ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕੁਛ ਪਲੱਸ ਕਰਾਂਗੇ। ਪਲੱਸ ਕੀ ਕਰਾਂਗੇ ਆਪਾਂ CSA ਆਫ ਹੈਮੀਸਫੀਅਰ। ਮੈਂ ਸਾਰੀਆਂ ਗੱਲਾਂ ਦੇ ਆਨਸਰ ਕਰੂੰਗਾ ਰਹੇ ਤੁਹਾਡਾ CSA ਆਫ ਹੈਮੀਸਫੀਅਰ। ਠੀਕ ਹੈ, ਹੁਣ ਇਹ ਦੇਖੋ ਵੀ ਪਹਿਲਾਂ ਤਾਂ ਮੈਂ ਇਹ ਦੋਨੇ ਕੰਮ ਕਿਉਂ ਕੀਤੇ ਹੈ। ਤਾਂ ਬੇਟੇ ਜਿਹੜਾ ਆਪਣੇ ਕੋਲੇ ਨੀਚੇ ਹੈ, ਮੈਂ ਤੁਹਾਨੂੰ ਬਹੁਤ ਵਾਰ ਕਿਹਾ ਵੀ ਪੇਂਟ ਦੇ ਨਾਲ ਕੰਸੀਡਰ ਕਰ ਲਿਆ ਕਰੋ ਜਦੋਂ ਵੀ ਏਰੀਆ ਕੱਢਣਾ। ਇੱਕ ਤਾਂ ਆਪਾਂ ਇੱਦਾਂ ਦੇ 6 ਫੇਸਿਸ ਆ ਜਿਹੜੇ ਆਪਾਂ ਇਸ ਦੇ ਕਰਨੇ ਆ, ਪੇਂਟ ਕਰਨੇ ਆ ਆਪਣੇ ਕਿਊਬ ਦੇ, ਹੈ ਨਾ। ਇੱਦਾਂ ਦੇ 6 ਫੇਸਿਸ ਮੰਨਗੇ। ਓਕੇ, ਐਂਡ ਆਲਸੋ ਆਪਣੇ ਕੋਲੇ ਉੱਪਰ ਕੀ ਹੋਊਗਾ, ਦੈਟਸ ਵਾਈ ਮੈਂ 6 ਫੇਸਿਸ ਦੇ ਕਰਕੇ ਤਾਂ ਕੀ ਲਾਤਾ TSA ਆਫ ਕਿਊਬ। ਠੀਕ ਹੈ, ਆਲਸੋ ਜਿਹੜਾ ਉੱਪਰਲਾ ਪੋਰਸ਼ਨ ਹੈ ਉਹ ਆਪਣੇ ਕੋਲੇ ਕੀ ਹੈ CSA ਆਫ ਹੈਮੀਸਫੀਅਰ। ਸੋ ਦੈਟਸ ਵਾਈ ਮੈਂ ਕੀ ਲਗਾਤਾ ਇੱਥੇ ਆਪਣਾ CSA ਆਫ ਹੈਮੀਸਫੀਅਰ। ਠੀਕ ਹੈ, ਪਰ ਹੁਣ ਇੱਥੇ ਇੱਕ ਕਨਫਿਊਜ਼ਨ ਹੋ ਰਹੀ ਹੈ ਵੀ ਬੇਟੇ ਜਿਹੜਾ ਆਹ ਵਾਲਾ ਪੋਰਸ਼ਨ ਹੈ ਜਿੱਥੇ ਆਪਣੇ ਕੋਲੇ ਇਸ ਦਾ ਬੇਸ ਆਏਗਾ, ਹੈਮੀਸਫੀਅਰ ਦਾ ਜਿੱਥੇ ਕੀ ਆਏਗਾ ਬੇਸ, ਜਾਣੀ ਕਿ ਆਹ ਵਾਲਾ ਇੱਥੇ ਇੱਕ ਸਰਕਲ ਬਣ ਰਿਹਾ ਹੋਏਗਾ ਨਾ ਨੀਚੇ, ਜਿਵੇਂ ਆਪਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੁੰਦਾ ਹੈ ਨਾ। ਤਾਂ ਇਹ ਵਾਲਾ ਪੋਰਸ਼ਨ ਦਾ ਆਪਾਂ ਪੇਂਟ ਹੀ ਨਹੀਂ ਕਰਨਾ ਹੋਊਗਾ ਬਿਕੋਜ਼ ਇਹ ਤਾਂ ਕਵਰਡ ਹੋਊਗਾ। ਸੋ ਇਹ ਜਿਹੜਾ ਆਪਣੇ ਕੋਲ ਇੱਕ ਸਰਕਲ ਬਣੂਗਾ ਇਹ ਆਪਾਂ ਕੀ ਕਰਨਾ ਹੋਊਗਾ ਇਸ ਚੋਂ ਸਬਟਰੈਕਟ। ਸੋ ਇੱਕ πr² ਜਾਣੀ ਕਿ ਏਰੀਆ ਆਫ ਸਰਕਲ ਮੈਂ ਕੀ ਕਰਤਾ ਇਸ ਚੋਂ ਸਬਟਰੈਕਟ, ਰਾਈਟ। ਸੋ ਆਪਣਾ ਓਵਰਆਲ ਕੀ ਬਣਿਆ, ਸੋ TSA ਆਫ ਕਿਊਬ ਹੁੰਦਾ 6a², CSA ਆਫ ਹੈਮੀਸਫੀਅਰ ਹੁੰਦਾ 2πr²। ਇਸ ਚੋਂ ਬੇਟੇ ਮਾਈਨਸ ਕਰਨਾ ਆਪਾਂ ਇੱਕ πr²। ਸੋ ਆਪਣਾ ਐਂਡ ਆਨਸਰ ਕੀ ਬਚਿਆ ਰਾਜੇ 6a²
प्लस पाई आर स्क्वायर। इस दे विच आपां वैल्यूज़ पुट करते हैं एंड अपना आंसर आएगा, राइट। सो मैं इत्थे लिखदा 6 इंटू ए दी वैल्यू कितनी है, साइड ऑफ क्यूब। सो बच्चे ए दी वैल्यू हैगी है जी 7 दा स्क्वायर, है ना, प्लस पाई की जगह तो 22.7 आर बेटे कितनी होगी, देखो भी जो अपना डायामीटर से जोड़ा वो 7 सीगा तो रेडियस कितना होगा, ओबीयसली 7/2 यानी कि 3.5। सो मैं इत्थे लिख देना 7/2 इंटू 7/2 बिकॉज 7/2 का की सीगा स्क्वायर। ओके, सो इसनों सॉल्व कर लेने हैं। 6 इंटू 49 आ गया तो एंड इत्थे अपने को कितना आ गया, एक 7 नाल 7 कट हो गया, इत्थे 11 आ गया। सो बचा अपने को 77/2। सो इसनों आपां सॉल्व कर लेने हैं। तो ध्यान नाल देखो 49 इंटू 6 किया, सो 294 आ गया इधरला एंड प्लस इसका आप करांगे ये कितना आ जाएगा 77 नूं जेकर आप 2 नाल डिवाइड करते हैं तो ये अपने को आ जाता है 38.5। तो दोनों का प्लस कर देने जी, अपने को आंसर आ जाएगा, है ना, सही है ना। सो समझ आया सारिਆਂ ਨੂੰ। 0.5 उदा ही 12 आ गया जी एंड इत्थे 332.5 अपना क्या आया आंसर। मैं तुहाडे सामने तां कैलकुलेट करना बेटे भी तां जो तुहानूं आदत पै सके भी आपां साइड ते ही कैलकुलेट करना, ठीक है। घरे बहुत बच्चे की करते हैं कैलकुलेटर ते कैलकुलेट करके एक बार क्वेश्चन कर लेंदे आ बट बोर्ड्स दे विच वो फेर नहीं हो पाउंदे। डन। सो जे किसी का डाउट होया मैनूं फेर भी दस दिओ, इंपॉर्टेंट क्वेश्चन सीगा जी, राइट। सो नैक्सट अपने को 13.1 का 5th क्वेश्चन है। ਆਪਾਂ ਨੂੰ ਕਿਹਾ ਗਿਆ ਅ ਹੈਮੀਸਫੈਰੀਕਲ ਡਿਪਰੈਸ਼ਨ ਇਜ਼ ਕੱਟ ਆਊਟ ਆਫ ਵਨ ਫੇਸ ਆਫ ਕਿਊਬਿਕਲ ਵੁਡਨ ਬਲੌਕ। ਓਕੇ, ਸੋ ਇੱਕ ਆਪਣੇ ਕੋਲੇ ਕਿਊਬਿਕਲ ਵੁਡਨ ਬਲੌਕ ਹੈ, ਉਸ ਦੇ ਵਿੱਚੋਂ ਇੱਕ ਹੈਮੀਸਫੈਰੀਕਲ ਡਿਪਰੈਸ਼ਨ ਕੀ ਕੀਤਾ ਗਿਆ, ਕੱਟ। ਤਾਂ ਆਪਾਂ ਪਹਿਲਾਂ ਡਾਇਗਰਾਮ ਤੋਂ ਸਮਝਦੇ ਹਾਂ। ਜਿਵੇਂ ਕੁਛ ਇਸ ਤਰੀਕੇ ਆਪਣੇ ਕੋਲੇ ਡਾਇਗਰਾਮ ਆ, ਡਾਇਗਰਾਮ ਦੇ ਵਿੱਚੋਂ ਕੀ ਕੀਤਾ ਗਿਆ, ਜਿਵੇਂ ਸ਼ੋਅ ਹੋ ਰਿਹਾ ਤੁਹਾਨੂੰ ਵੀ ਆਪਣੇ ਕਿਊਬ ਦੇ ਵਿੱਚੋਂ ਇੱਕ ਹੈਮੀਸਫੈਰੀਕਲ ਡਿਪਰੈਸ਼ਨ ਕੀ ਕੀਤਾ ਗਿਆ, ਬਾਹਰ ਕੱਢ ਲਿਆ ਗਿਆ, ਹੈ ਨਾ। ਸੋ ਆਪਾਂ ਬਾਕੀ ਇਹਨਾਂ ਦੇ ਡਿਮੈਂਸ਼ਨਸ ਬਾਰੇ ਸਟੱਡੀ ਕਰਦੇ ਹਾਂ। ਉਹਨਾਂ ਨੇ ਕਿਹਾ ਹੈ ਸੱਚ ਦੈਟ ਦਾ ਡਾਇਆਮੀਟਰ ਐਲ ਆਫ ਹੈਮੀਸਫੀਅਰ, ਡਾਇਆਮੀਟਰ ਕਿੰਨਾ ਦਿੱਤਾ ਹੋਇਆ ਹੈਮੀਸਫੀਅਰ ਦਾ, ਆਪਾਂ ਇੱਥੇ ਲਿਖੀਏ। ਸੋ ਹੈਮੀਸਫੀਅਰ ਦਾ ਡਾਇਆਮੀਟਰ ਹੈਗਾ ਐਲ, ਹੈਮੀਸਫੀਅਰ ਦਾ ਡਾਇਆਮੀਟਰ ਬੇਟੇ ਆਪਾਂ ਨੂੰ ਐਲ ਦਿੱਤਾ ਗਿਆ ਤੇ ਓਬਵੀਅਸਲੀ ਫਿਰ ਰੇਡੀਅਸ ਕਿੰਨਾ ਬਣ ਜਾਏਗਾ, रेडियस बन जाएगा जी अपने को L/2। ओके, फर्दर अगे करते हैं। सो उन्होंने कहा है द डायमीटर इज इक्वल्स टू एज ऑफ क्यूब, किदे इक्वल है जिन्ना क्यूब की की है एज। तो जेकर आप इत्थे साइड ते क्यूब बारे भी लिखिए तो अपने को क्यूब की जिहड़ी साइड है यानी कि ए जिसनों आप कहने हुन्ने आ उसकी वैल्यू कितनी दी गई है, जिन्ना उसका डायमीटर है यानी कि L, राइट। सो अकॉर्डिंग टू क्वेश्चन, है ना। फर्दर उन्होंने कहा डिटरमाइन द सरफेस एरिया ऑफ द रिमेनिंग सॉलिड। सो जिन्ना इस डिप्रैशन को कट करन तो बाद मगर जिन्ना सॉलिड रह गया उसका आपां एरिया कढ़ना है। हुण तुसीं फिर वही चीज़ सोचनी है जिवें पिछले क्वेश्चन च आपां कह रहे सीगे भी इसनूं आपां पेंट करना जो भी बचूगा, है ना। तो मैं इत्थे लिखना पहला रिक्वायर्ड एरिया, फर्दर तुहानूं ईजली समझ आ जाऊगा। अगेन एक इंपॉर्टेंट क्वेश्चन है, दोनों क्वेश्चन बहुत ज़्यादा इंपॉर्टेंट सीगे। सो रिक्वायर्ड एरिया तो पहला तो ये देखो भी जिहड़ा अपना क्यूब आ, क्यूब के किन्ने फेसिस आ, मेन 6 फेसिस, है ना। तो मैं इत्थे लिख देना TSA ऑफ क्यूब, पहली गल की लिखती TSA ऑफ क्यूब। ओके, इस दे विच प्लस की करांगे आपां, तुसीं ये देखो भी जदों इहदे विचों एक डिप्रैशन इदां कट कर लिया गया तो विच इस तरीके का होर अपने को एक कौली शेप जी बन जूगी जिहड़ी आपां पेंट करनी पऊगी, विचों एक टोआ जिहा बन जूगा ना, उत्थे भी आपां नूं पेंट करना पऊगा। सो प्लस मैं कर रहा इत्थे CSA ऑफ किसदा, हैमीस्फीयर दा, सही है। CSA किसदा कर रहे हैं जी, हैमीस्फीयर दा। पर इत्थों कुछ आपां माइनस भी करांगे, माइनस की करांगे आह वाली जगह जिहड़ा उपर अपने कोले आ एक सर्कल बन रहा है। हुण इस जगह आपां नूं पेंट तो नहीं करनी लोड़ पैनी,
ਸੋ ਜਿਹੜਾ ਆਪਣਾ ਮੇਨ ਸੀਗਾ ਵੱਡਾ ਕਿਊਬ, ਉਹਦੀ ਤਾਂ ਹੁਣ ਆਪਾਂ ਨੂੰ ਆਹ ਜਗ੍ਹਾ ਹੀ ਪੇਂਟ ਕਰਨੀ ਪਊਗੀ, ਉਸ 'ਚੋਂ ਆਹ ਸਰਕਲ ਦਾ ਪੇਂਟ ਕਰਨ ਦੀ ਲੋੜ ਹੀ ਨਹੀਂ ਪੈਣੀ। ਸੋ ਸਰਕਲ ਆਪਾਂ ਇਸ 'ਚੋਂ ਕੀ ਕਰ ਦਿੰਦੇ ਹਾਂ, ਮਾਈਨਸ। ਸੋ ਮੈਂ πr² ਕੀ ਕਰਤਾ ਇਸ ਦੇ ਵਿੱਚੋਂ, ਮਾਈਨਸ। ਸੋ ਆਪਣਾ ਐਂਡ 'ਚ ਕੀ ਬਚਦੀ ਹੈ, TSA ਆਫ ਕਿਊਬ ਦਾ ਫਾਰਮੂਲਾ 6a² ਪਲੱਸ CSA ਆਫ ਹੈਮੀਸਫੀਅਰ ਦਾ ਫਾਰਮੂਲਾ 2πr² ਮਾਈਨਸ πr² ਉੱਦਾਂ ਹੀ। ਸੋ ਆਪਣੇ ਕੋਲੇ ਬਚਿਆ ਕੀ, 6a² ਪਲੱਸ πr²। ਸ਼ਾਇਦ ਪਿਛਲੇ ਕੁਐਸਚਨ 'ਚ ਵੀ ਸੇਮ ਇਹੀ ਬਚਿਆ ਸੀਗਾ। ਸੋ ਹੁਣ ਆਪਾਂ ਪੁੱਟ ਕਰ ਦਿੰਦੇ ਹਾਂ 6 ਉੱਦਾਂ ਹੀ। a ਦੀ ਵੈਲਿਊ ਕਿੰਨੀ ਹੈ ਆਪਣੇ ਕੋਲੇ ਦਿੱਤੀ ਹੋਈ, l। ਸੋ ਮੈਂ ਇੱਥੇ l² ਲਿਖ ਦਿੰਦਾ ਜੀ, ਹੈ ਨਾ, ਪਲੱਸ ਪਾਈ ਉੱਦਾਂ ਹੀ। r ਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਗਈ ਹੈ, r ਦੀ ਵੈਲਿਊ ਆਪਾਂ ਨੂੰ ਦਿੱਤੀ ਹੈ ਇਹਨਾਂ ਨੇ l/2, ਆਪਾਂ ਬਣਾ ਲਈ ਸੀ, ਹੈ ਨਾ, l/2 ਦਾ ਸਕੁਆਇਰ। ਸੋ ਇਸ ਨੂੰ ਆਪਾਂ ਸੋਲਵ ਕਰਾਂਗੇ, ਇਹ ਬਣ ਗਿਆ 6l² ਪਲੱਸ πl² ਅਪੋਨ 4। ਤਾਂ ਇਸ ਦੇ ਵਿੱਚੋਂ ਜੇ ਆਪਾਂ l² ਕਾਮਨ ਵੀ ਕੱਢ ਲਈਏ ਤਾਂ ਆਪਣੇ ਕੋਲੇ ਅੰਦਰ ਕੀ ਬਚੂਗਾ, 6 ਪਲੱਸ π/4। ਇਹ ਆਪਣੇ ਕੋਲੇ ਕੀ ਹੈ, ਪਿੱਛੇ ਸੈਂਟੀਮੀਟਰ ਸਕੁਆਇਰ। ਇਹ ਆਪਣੇ ਕੋਲੇ ਕੀ ਰਹੂਗਾ, ਆਪਣਾ ਰਿਕੁਆਇਰਡ ਆਨਸਰ। ਡਨ। ਸੋ ਸੌਖਾ ਕੁਐਸਚਨ ਸੀਗਾ, ਪਰ ਪਲੀਜ਼ ਇਸ ਨੂੰ ਇਹ ਜ਼ਰੂਰ ਸਮਝਣਾ ਹੈ ਵੀ ਆਪਾਂ ਜਿਹੜਾ ਆਹ ਫਾਰਮੂਲਾ ਬਣਾਉਣੇ ਆ ਇਹ ਕਿਸ ਤਰੀਕੇ ਬਣਾਉਣੇ ਆ। ਜੇ ਕਿਸੇ ਬੱਚੇ ਨੂੰ ਫਿਰ ਵੀ ਘੱਟ ਪਤਾ ਲੱਗਿਆ ਹੋਵੇ ਤਾਂ ਪਲੀਜ਼ ਮੈਨੂੰ ਇੱਕ ਵਾਰੀ ਮੈਸੇਜ ਜ਼ਰੂਰ ਕਰ ਦਿਓ, ਰਾਈਟ। ਸੋ ਨੈਕਸਟ ਆਪਣੇ ਕੋਲੇ 6th ਕੁਐਸਚਨ ਦਿੱਤਾ ਹੋਇਆ 13.1 ਐਕਸਰਸਾਈਜ਼ ਦਾ। ਉਹਨਾਂ ਨੇ ਕਿਹਾ ਹੈ ਅ ਮੈਡੀਸਨ ਕੈਪਸੂਲ ਇਜ਼ ਇਨ ਦਾ ਸ਼ੇਪ ਆਫ ਸਿਲੰਡਰ। ਓਕੇ ਜੀ, ਸਿਲੰਡਰ ਦੀ ਸ਼ੇਪ ਦਾ, with 2 hemispherical stuck to each of its ends। ਤਾਂ ਦੋਨੋਂ ਸਾਈਡਸ ਤੇ ਕੀ ਲੱਗੇ ਹੋਏ ਆ, ਇਸ ਤਰੀਕੇ ਆ ਹੈਮੀਸਫੀਅਰਸ ਲੱਗੇ ਹੋਏ ਆ, ਆਪਾਂ ਨੂੰ ਦਿਖਾਈ ਦੇ ਹੀ ਰਹੇ ਆ, ਡਾਇਗਰਾਮ ਗਿਵਨ ਹੈ। ਸੋ ਇਸ ਤਰੀਕੇ ਦੋਨੋਂ ਸਾਈਡਸ ਤੇ ਆਪਣੇ ਕੋਲੇ ਹੈਮੀਸਫੀਅਰਸ ਲੱਗੇ ਹੋਏ ਆ। ਤਾਂ ਓਬਵੀਅਸਲੀ ਜਿਹੜਾ ਵਿਚਕਾਰਲਾ ਪੋਰਸ਼ਨ ਰਹਿ ਗਿਆ ਉਹ ਕੀ ਰਹਿ ਗਿਆ ਜੀ, ਇੱਕ ਸਿਲੰਡਰ ਦਾ, ਹੈ ਨਾ। ਇਹ ਆਪਾਂ ਨੂੰ ਕਲੀਅਰ ਹੋ ਰਿਹਾ ਡਾਇਗਰਾਮ ਤੋਂ ਵੀ ਦੋਨੋਂ ਸਾਈਡਾਂ ਤੇ ਹੈਮੀਸਫੀਅਰ ਹੋ ਗਏ ਐਂਡ ਵਿਚਕਾਰ ਕੀ ਰਹਿ ਗਿਆ, ਇੱਕ ਸਿਲੰਡਰ। ਉਹਨਾਂ ਨੇ ਕਿਹਾ ਦ ਲੈਂਥ ਆਫ ਦ ਐਂਟਾਇਰ ਕੈਪਸੂਲ ਇਜ਼ 14 mm। ਜਿਹੜੀ ਪੂਰੇ ਕੈਪਸੂਲ ਦੀ ਲੈਂਥ ਹੈ ਉਹ ਕੀ ਹੈ, 14 mm। ਐਂਡ ਡਾਇਆਮੀਟਰ ਆਫ ਕੈਪਸੂਲ ਇਜ਼ 5 mm। ਜਿਹੜਾ ਡਾਇਆਮੀਟਰ ਹੈ ਉਹ ਕਿੰਨਾ ਦਿੱਤਾ ਹੋਇਆ, 5 mm। ਐਂਡ ਵੀ ਹੈਵ ਟੂ ਫਾਈਂਡ ਸਰਫੇਸ ਏਰੀਆ, ਯਾਨੀ ਕਿ ਉਹੀ ਸੋਚਣਾ, ਆਪਾਂ ਪੇਂਟ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਨੂੰ ਆਊਟਰ ਤੋਂ, ਤਾਂ ਦੇਖਦੇ ਹਾਂ। ਲਓ ਜੀ, ਸੋ ਕੁਐਸਚਨ ਹੈਗਾ, ਧਿਆਨ ਨਾਲ ਕਰਨਾ ਆਪਾਂ। ਤਾਂ ਪਹਿਲਾਂ ਤਾਂ ਮੈਂ ਇਹ ਹੈਮੀਸਫੀਅਰ ਵਾਲੇ ਪੋਰਸ਼ਨ ਆ ਜਿਹੜੇ ਇਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦਾ। ਸੋ ਆਹ ਆਪਣੇ ਹੈਮੀਸਫੀਅਰ ਵਾਲੇ ਪੋਰਸ਼ਨ ਹੈ ਜਿਨ੍ਹਾਂ ਦਾ ਆਪਾਂ ਨੂੰ ਡਾਇਆਮੀਟਰ ਕਿੰਨਾ ਦਿੱਤਾ ਗਿਆ ਹੈ, 5 mm। ਮੈਂ ਇੱਥੇ ਲਿਖ ਦਿੰਦਾ ਡਾਇਆਮੀਟਰ ਦਿੱਤਾ ਗਿਆ ਜੀ 5 mm, ਹੈ ਨਾ। ਤਾਂ ਹੁਣ ਜੇ ਡਾਇਆਮੀਟਰ 5 mm ਆ ਤਾਂ ਓਬਵੀਅਸਲੀ ਰੇਡੀਅਸ ਕਿੰਨਾ ਹੋ ਜਾਏਗਾ। ਸੋ ਰੇਡੀਅਸ ਹੋ ਜਾਏਗਾ 5/2 ਯਾਨੀ ਕਿ 2.5 mm, ਹੈ ਨਾ। ਜਾਂ ਆਪਾਂ ਇਸ ਨੂੰ ਇਹ ਵੀ ਲਿਖ ਸਕਦੇ ਹਾਂ ਨਾ, 2.5 mm। ਲਓ ਜੀ, ਸੋ ਹੁਣ ਧਿਆਨ ਨਾਲ ਦੇਖਣਾ ਅੱਗੇ। ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਹੜਾ ਆਹ ਵਾਲਾ ਪੋਰਸ਼ਨ ਹੈ ਇਹ ਕਿੰਨਾ ਹੈ, 2.5 ਹੈ। ਅਤੇ ਜਿਹੜਾ ਇੱਧਰਲਾ ਪੋਰਸ਼ਨ ਹੈ ਆਹ ਵਾਲਾ, ਇਹ ਵੀ ਕਿੰਨਾ ਹੈ, 2.5। ਤਾਂ ਫਿਰ ਜਿਹੜਾ ਵਿੱਚ ਪੋਰਸ਼ਨ ਰਹਿ ਗਿਆ ਆਹ ਵਾਲਾ, ਇਸ ਦੀ ਲੈਂਥ ਆਪਾਂ ਨੂੰ ਪਤਾ ਲੱਗ ਜੂਗੀ ਕਿੰਨੀ ਹੈ। ਸੋ ਟੋਟਲ ਲੈਂਥ ਆਪਣੇ ਕੋਲੇ ਕਿੰਨੀ ਸੀ, 14। ਤਾਂ 14 ਦੇ ਵਿੱਚੋਂ ਜੇਕਰ ਆਪਾਂ ਸਬਟਰੈਕਟ ਕਰ ਦਈਏ ਬੋਥ ਸਾਈਡਸ ਤੋਂ 2.5 ਤਾਂ ਵਿੱਚ ਕਿੰਨੀ ਬਚੂਗੀ, ਖੁਦ ਸੋਚੋ। ਹਾਂਜੀ, ਤਾਂ ਵਿੱਚ ਕਿੰਨੀ ਬਚੂਗੀ ਆਪਣੇ ਕੋਲੇ, 5 ਇਸ ਦੇ ਵਿੱਚੋਂ ਸਬਟਰੈਕਟ ਹੋ ਗਈ ਤਾਂ ਵਿੱਚ ਵਾਲਾ ਪੋਰਸ਼ਨ ਬਚਿਆ ਆਪਣਾ 9 mm, ਹੈ ਨਾ। 14 ਦੇ ਵਿੱਚੋਂ 2.5 ਦੋ ਵਾਰ ਸਬਟਰੈਕਟ ਕਰਤਾ ਆਪਾਂ, ਤਾਂ ਕਿੰਨਾ ਬਚੂਗਾ ਵਿੱਚ ਆਪਣੇ ਕੋਲੇ, 9 mm। ਲਓ ਜੀ, ਤਾਂ ਹੁਣ ਆਪਾਂ ਧਿਆਨ ਨਾਲ ਕਰਦੇ ਹਾਂ ਅੱਗੇ ਵੀ ਕੀ ਦਿੱਤਾ ਹੋਇਆ। ਮੈਂ ਇੱਥੇ ਸਾਈਡ 'ਤੇ ਸਿਲੰਡਰੀਕਲ ਪੋਰਸ਼ਨ ਦੀ ਵੀ ਗੱਲ ਕਰ ਲੈਣਾ। ਜਿਹੜਾ ਸਿਲੰਡਰੀਕਲ ਪੋਰਸ਼ਨ ਹੈ ਵਿੱਚ ਵਾਲਾ, ਉਸ ਦੀ ਆਪਣੇ ਕੋਲੇ ਰੇਡੀਅਸ ਤਾਂ ਬੇਟੇ ਸੇਮ ਹੀ ਰਹੂਗਾ। ਰੇਡੀਅਸ ਕਿੰਨਾ ਹੈ, 2.5 mm, ਹੈ ਨਾ। ਬਟ ਹਾਈਟ ਕਿੰਨੀ ਆ ਗਈ ਜੀ, ਹਾਈਟ ਆ ਗਈ ਆਪਣੇ ਕੋਲੇ 9 mm, ਰਾਈਟ। ਸੋ 14 ਦੇ ਵਿੱਚੋਂ ਆਪਾਂ ਕੀ ਕੀਤਾ, 2.5 ਮਾਈਨਸ ਕਰਤਾ, ਇੱਕ ਵਾਰੀ ਫਿਰ 2.5 ਮਾਈਨਸ ਕਰਤਾ। ਸੋ ਆਪਣੇ ਕੋਲ ਜਿਹੜੀ ਹਾਈਟ ਹੈ ਉਹ ਕਿੰਨੀ ਆ ਗਈ, 9 mm। ਡਨ।
ਸੋ ਹੁਣ ਆਪਾਂ ਕਰਨਾ ਇਸ ਦਾ ਸਰਫੇਸ ਏਰੀਆ। ਤਾਂ ਬਹੁਤ ਈਜ਼ੀ ਰਹਿ ਗਿਆ, ਆਪਾਂ ਇੱਥੇ ਲਿਖਦੇ ਹਾਂ ਰਿਕੁਆਇਰਡ ਏਰੀਆ। ਸੋ ਰਿਕੁਆਇਰਡ ਏਰੀਆ ਆਪਣੇ ਕੋਲ ਕੀ ਆਊਗਾ ਜੀ? ਸੋ ਪਹਿਲਾਂ ਤਾਂ ਹੈਮੀਸਫੀਅਰ ਦਾ ਏਰੀਆ ਜੋ ਆ ਲੈਫਟ ਵਾਲਾ ਹੈ, ਇਸ ਮੈਂ ਇਸ ਤਰੀਕੇ ਦੱਸ ਵੀ ਦਿੰਦਾ ਇੱਕ ਵਾਰੀ। ਇਸ ਹੈਮੀਸਫੀਅਰ ਦਾ ਆਪਾਂ ਏਰੀਆ ਕੱਢ ਲੈਂਦੇ ਹਾਂ ਪਹਿਲਾਂ, ਹੈ ਨਾ। ਲਓ ਜੀ, ਸੋ ਮੈਂ ਇੱਥੇ ਲਿਖ ਦਿੰਦਾ CSA ਆਫ ਹੈਮੀਸਫੀਅਰ, CSA ਆਫ ਹੈਮੀਸਫੀਅਰ। ਬੇਟੇ ਕਿਉਂ ਲਾਇਆ CSA? ਕਿਉਂਕਿ ਇਸ ਦੇ ਅੱਗੇ ਕੋਈ ਵੀ ਢੱਕਣ ਵਗੈਰਾ ਨਹੀਂ ਲੱਗਿਆ ਹੋਇਆ, ਜਿਸ ਨੂੰ ਆਪਾਂ ਪੇਂਟ ਕਰਾਂਗੇ ਉਹ ਸਿਰਫ ਇਸ ਦੀ ਆਊਟਰ ਸਰਫੇਸ ਆ, ਹੈ ਨਾ। ਪਲੱਸ ਇਸ ਤੋਂ ਬਾਅਦ ਬੇਟੇ ਕੀ ਆ ਰਿਹਾ ਜੀ? ਆਹ ਇੱਕ ਸਿਲੰਡਰੀਕਲ ਪੋਰਸ਼ਨ ਜੋ ਵਿਚਾਲੇ ਆ ਰਿਹਾ, ਡਾਇਗਰਾਮ ਨੂੰ ਦੇਖੀ ਚੱਲੋ ਧਿਆਨ ਨਾਲ, ਆਹ ਵਾਲਾ, ਹੈ ਨਾ। ਤਾਂ ਆਪਣੇ ਕੋਲੇ ਇਸ ਸਿਲੰਡਰ ਦਾ ਕੀ ਲੱਗੂਗਾ? ਅਗੇਨ CSA, CSA ਆਫ ਸਿਲੰਡਰ। ਤਾਂ ਫਿਰ ਮੈਂ ਦੱਸਣ ਲੱਗਿਆ ਵੀ CSA ਹੀ ਕਿਉਂ ਲਗਾਇਆ? ਬਿਕੋਜ਼ ਆਪਾਂ ਇਸ ਦੀ ਆਊਟਰ ਸਰਫੇਸ ਨੂੰ ਪੇਂਟ ਕਰਨਾ। ਆਊਟਰ ਜਾਂ ਇਨਰ ਕਹਿਣ ਦਾ ਮਤਲਬ ਇਹ ਹੈ ਬੇਟੇ ਵੀ ਜੋ ਇਸ ਦੇ ਸਾਈਡਾਂ 'ਤੇ ਢੱਕਣ ਲੱਗੇ ਹੋਣਗੇ, ਵੀ ਕਲੋਜ਼ਡ ਕਰਨਗੇ ਜੋ ਇਸ ਨੂੰ, ਉਹਨਾਂ ਨੂੰ ਨਹੀਂ ਆਪਾਂ ਪੇਂਟ ਕਰਨਾ, ਹੈ ਨਾ। ਸੋ ਸਿਰਫ ਇਸ ਦੀ ਜੋ ਸਾਈਡ ਵਾਈਜ਼ ਆ ਰਹੀ ਹੈ। ਲਓ ਜੀ, ਪਲੱਸ ਕਰ ਰਹੇ ਹਾਂ ਬੇਟੇ ਆਪਾਂ ਇਸ ਦੇ ਵਿੱਚ CSA ਆਫ ਹੈਮੀਸਫੀਅਰ। ਕਿਹੜੇ ਹੈਮੀਸਫੀਅਰ ਦਾ? ਜੋ ਇਸ ਦੀ ਦੂਸਰੀ ਸਾਈਡ 'ਤੇ ਲੱਗਿਆ ਹੋਇਆ, ਜਿਸ ਨੂੰ ਮੈਂ ਹੁਣ ਸ਼ੋਅ ਕਰਦਾ ਤੁਹਾਨੂੰ, ਆਹ ਵਾਲਾ। ਸੋ ਇਸ ਹੈਮੀਸਫੀਅਰ ਦਾ, ਰਾਈਟ। ਸੋ ਆਪਾਂ ਫਾਰਮੂਲਾ ਲਗਾਉਣੇ ਆ ਐਂਡ ਆਨਸਰ ਆ ਜਾਏਗਾ। ਪਹਿਲੇ ਦਾ ਕੀ ਆਊਗਾ? 2πr²। ਅਗਲੇ ਦਾ ਕੀ ਆਏਗਾ? 2πrh। ਐਂਡ ਅਗਲੇ ਦਾ ਕੀ ਆਏਗਾ? 2πr²। ਸੋ ਪਹਿਲਾਂ ਤਾਂ ਆਪਾਂ ਇਸ ਨੂੰ ਐਡ ਕਰ ਲੈਂਦੇ ਹਾਂ। ਇਹ ਬਣਦਾ ਜੀ 4πr² ਪਲੱਸ 2πrh। ਤਾਂ ਇਸ ਦੇ ਵਿੱਚੋਂ ਕੁਛ ਕਾਮਨ ਨਿਕਲਦਾ ਹੈ, ਤਾਂ ਕਾਮਨ ਨਿਕਲਦਾ ਜੀ ਇਸ ਦੇ ਵਿੱਚੋਂ 2πr। ਐਂਡ ਅੰਦਰ ਆਪਣਾ ਕੀ ਬਚੇਗਾ? ਅੰਦਰ ਬਚੇਗਾ ਪਹਿਲੇ ਨੰਬਰ 'ਤੇ 2r ਪਲੱਸ ਅਗਲੇ 'ਤੇ ਬੇਟੇ h। ਤਾਂ ਇਸ ਨੂੰ ਸੋਲਵ ਕਰ ਲੈਂਦੇ ਹਾਂ ਜੀ। ਸੋਲਵ ਕੀਤਾ, ਪਹਿਲਾਂ 2 ਇੰਟੂ ਪਾਈ ਦੀ ਵੈਲਿਊ 22.7 ਇੰਟੂ r ਦੀ ਵੈਲਿਊ ਆਪਣੇ ਕੋਲ ਕਿੰਨੀ ਸੀ? r ਸੀਗਾ ਜੀ ਆਪਣੇ ਕੋਲ 2.5, ਜਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ 5/2 ਪਲੱਸ 2 ਇੰਟੂ 5/2 ਪਲੱਸ h। h ਕਿੰਨਾ ਬੇਟੇ ਆਪਣੇ ਕੋਲ? h ਹੈਗਾ ਜੀ 9। ਸੋ ਇਸ ਨੂੰ ਸੋਲਵ ਕਰੀਏ, ਪਹਿਲਾਂ ਤਾਂ 2 ਨਾਲ 2 ਗਿਆ, ਉੱਪਰ ਆਪਣੇ ਕੋਲ 22 ਇੰਟੂ 5 110.7 ਐਂਡ ਇੱਥੇ ਆਪਣੇ ਕੋਲ ਬਚਿਆ ਜੀ ਟੋਟਲ ਆਪਣੇ ਕੋਲ 14। ਸੋ ਇਸ ਨੂੰ ਆਪਾਂ ਕੈਲਕੂਲੇਟ ਕੀਤਾ 2 ਐਂਡ ਆਪਣੇ ਕੋਲ ਆ ਗਿਆ 220 ਸੈਂਟੀਮੀਟਰ। ਸੋ ਨੈਕਸਟ ਆਪਣੇ ਕੋਲ 7th ਕੁਐਸਚਨ ਹੈ ਐਕਸਰਸਾਈਜ਼ 13.1 ਦਾ। ਤਾਂ ਇੱਕ ਵਾਰੀ ਰੀਡ ਕਰਦੇ ਹਾਂ ਸਟੇਟਮੈਂਟ। ਉਹਨਾਂ ਨੇ ਕਿਹਾ ਇਫ ਦਾ ਟੈਂਟ ਇਜ਼ ਇਨ ਦਾ ਸ਼ੇਪ ਆਫ ਸਿਲੰਡਰ ਸਰਮਾਊਂਟਡ ਬਾਈ ਅ ਕੋਨੀਕਲ ਟੌਪ। ਓਕੇ, ਤਾਂ ਬੇਟੇ ਇੱਕ ਆਪਣੇ ਕੋਲ ਇਹ ਸਿਲੰਡਰ ਹੈ ਜਿਸ ਦੇ ਉੱਪਰ ਕੀ ਰੱਖਿਆ ਗਿਆ? ਇੱਕ ਕੋਨੀਕਲ ਟੌਪ। ਤਾਂ ਕੁਛ ਇੱਦਾਂ ਦੀ ਗੱਲ, ਠੀਕ ਹੈ। ਤਾਂ ਹੁਣ ਆਪਾਂ ਅੱਗੇ ਰੀਡ ਕਰਦੇ ਹਾਂ। ਇੱਕ ਸਾਈਡ 'ਤੇ ਆਪਾਂ ਪੋਰਸ਼ਨ ਬਣਾ ਲੈਂਦੇ ਹਾਂ ਸਿਲੰਡਰੀਕਲ ਪਾਰਟ ਦਾ, ਇੱਕ ਸਾਈਡ 'ਤੇ ਬਣਾ ਲੈਂਦੇ ਹਾਂ, ਹੈ ਨਾ। ਇੱਕ ਸਾਈਡ 'ਤੇ ਆਪਾਂ ਕੋਣ ਦੀ ਗੱਲ ਕਰ ਲਾਂਗੇ, ਨੀਚੇ ਕੋਣ ਬਾਰੇ ਲਿਖ ਦਿੰਦੇ ਹਾਂ, ਉੱਪਰ ਸਿਲੰਡਰ। ਓਕੇ, ਤਾਂ ਦੇਖੋ ਜੀ, ਉਹਨਾਂ ਨੇ ਕਿਹਾ ਇਫ ਦਾ ਹਾਈਟ ਐਂਡ ਡਾਇਆਮੀਟਰ ਆਫ ਕੋਨੀਕਲ ਪਾਰਟ ਆਰ 2.1 ਸਿਲੰਡਰੀਕਲ ਪਾਰਟ ਦੇ ਆਪਾਂ ਨੂੰ ਕੀ ਦਿੱਤੇ ਗਏ ਆ? ਜਿਹੜੀ ਹਾਈਟ ਦਿੱਤੀ ਗਈ ਹੈ ਉਹ ਕਿੰਨੀ ਦਿੱਤੀ ਹੈ? ਹਾਈਟ ਉਹਨਾਂ ਨੇ ਕਿਹਾ ਜੀ ਹੈਗੀ ਹੈ 2.1 ਮੀਟਰ ਐਂਡ ਜਿਹੜਾ ਆਪਣੇ ਕੋਲੇ ਡਾਇਆਮੀਟਰ ਦਿੱਤਾ ਗਿਆ ਹੈ, ਡਾਇਆਮੀਟਰ ਕਿੰਨਾ ਦਿੱਤਾ ਜੀ? 4 ਮੀਟਰ। ਓਬਵੀਅਸਲੀ ਜੇਕਰ ਡਾਇਆਮੀਟਰ 4 ਹੈ ਤਾਂ ਰੇਡੀਅਸ ਆਪਣੇ ਕੋਲੇ ਕਿੰਨਾ ਹੋਏਗਾ? 2 ਮੀਟਰ, ਹੈ ਨਾ। ਓਕੇ, ਹੁਣ ਆਪਾਂ ਅੱਗੇ ਰੀਡ ਕਰਦੇ ਹਾਂ। ਉਹਨਾਂ ਨੇ ਕਿਹਾ ਇਫ ਦਾ ਸਲੈਂਟ ਹਾਈਟ ਕਿਹੜੀ ਹੁੰਦੀ ਹੈ ਬੇਟੇ? ਜਿਹੜੀ ਕੋਣ ਦੀ ਟੇਢੀ ਹਾਈਟ ਹੁੰਦੀ ਹੈ, ਇਸ ਨੂੰ ਆਪਾਂ ਕੀ ਬੋਲਦੇ ਸੀ? ਸਲੈਂਟ ਹਾਈਟ। ਯਾਦ ਹੀ ਹੋਊਗਾ ਸਾਰਿਆਂ ਦੇ, ਜਿਸ ਨੂੰ L ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਇਫ ਦਾ ਸਲੈਂਟ ਹਾਈਟ ਆਫ ਦਾ ਟੌਪ ਇਜ਼ 2.8। ਓਕੇ ਜੀ, ਕੋਣ ਦੀ ਜਿਹੜੀ ਸਲੈਂਟ ਹਾਈਟ ਹੈ ਉਹ ਕਿੰਨੀ ਦਿੱਤੀ ਗਈ ਹੈ? 2.8 ਮੀਟਰ। ਸੋ ਵੀ ਹੈਵ ਟੂ ਫਾਈਂਡ ਏਰੀਆ ਆਫ ਕੈਨਵਸ ਯੂਜ਼ਡ ਫॉर ਮੇਕਿੰਗ ਟੈਂਟ। ਓਕੇ, ਜੋ ਅੱਗੇ ਆਪਾਂ ਕਰਨਾ ਹੈ ਉਸ ਨੂੰ ਬਾਅਦ 'ਚ ਪੜਾਂਗੇ, ਪਹਿਲਾਂ ਇੱਥੋਂ ਤੱਕ ਕਰੀਏ ਵੀ ਏਰੀਆ, ਠੀਕ ਹੈ। ਸੋ ਮੈਂ ਇੱਥੇ ਸਟਾਰਟ ਕਰ ਦੇਣਾ ਨਾਲ ਦੀ ਨਾਲ ਰਿਕੁਆਇਰਡ ਏਰੀਆ। ਤਾਂ ਆਪਣੇ ਕੋਲੇ ਰਿਕੁਆਇਰਡ ਏਰੀਆ ਕੀ ਰਹੇਗਾ? ਸੋ ਰਿਕੁਆਇਰਡ ਏਰੀਆ ਇਜ਼, ਸੋ ਪਹਿਲਾਂ ਤਾਂ ਬੇਟੇ ਆਪਣੇ ਕੋਲੇ ਕੀ ਆਏਗਾ? ਜੋ ਆਹ ਕੋਨੀਕਲ ਪੋਰਸ਼ਨ ਹੈ ਇਸ ਦਾ ਆਪਣੇ ਕੋਲੇ ਕੀ ਆਏਗਾ? CSA ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿਉਂ ਆਏਗਾ,
क्योंकि जो आउटर बाउंड्री है अपने कोले उसनों आपां की करना पेंट करना कह लो ਜਾਂ कुछ भी कह लो भी आउटर पोर्शन बनाउणा आपां, ठीक है ना, भी उसनों आपां क्लोज नहीं करना नीचों। सो अपने कोले कितना आऊगा पाई आर एल, ਜਾਂ मैं इत्थे लिख देना सी एस ए ऑफ कोन, सी एस ए ऑफ कोन, ठीक है। प्लस करांगे जी किस दे नाल, जो नीचे अपने कोले पोर्शन है, नीचे तुसी आप देखो भी किहड़ा पोर्शन अपने कोले इस तरीके। सो सारा बेटे अपने कोले की है ये सिलेंडर। सो अपने कोले सिलेंडर ला देने जी, नीचे वाला पोर्शन हो गया अपने कोले सिलेंडर। सो सिलेंडर दा सी एस ए, सो मैं इत्थे लिख देना है सी एस ए ऑफ सिलेंडर। सो बहुत ईजी रहेगा क्वेश्चन, तो चंगे तरीके करियो। तो अपने कोले कितना आऊगा सी एस ए ऑफ कौन पाई आर एल, फॉर्मूले सारे क्लीयर होने चाहिए है। सी एस ए ऑफ सिलेंडर कितना आएगा 2 पाई आर एच, तो बेटे कॉमन निकलता है कुछ, यस पाई आर। तो अंदर की बचेगा एल प्लस 2H, तो बेटे वैल्यूज पुट कर देने जी। पाई की वैल्यू 22.7, आर की वैल्यू अपने को कितनी है, आर की वैल्यू हैगी है 2, एल की वैल्यू कितनी है 2.8 प्लस 2 टाइम्स एच की वैल्यू कितनी है 2.1। लो जी, तो इसनों आपां कीता कि ये हो गया 44.7, 22 इंटू 2 हो गया, एंड अंदर जिहड़ा अपने को बनेगा 2.8 प्लस 4.2। सो इसनों फर्दर सॉल्व करते हैं, ये बन गया 44.7 इंटू इनू ऐड किया है बनेगा 7। सो 7 नाल 7 गया, सो अपना रिक्वायर्ड एरिया कितना आया 44 मीटर स्क्वायर। डन हो गया जी इत्थों तक। हुण आपां क्वेश्चन नूं अगे पढ़ते हैं भी अगे वो की कह रहा है। सो अगे उन्होंने कहा है, वो कह रहे बेटे फाइंड द कॉस्ट ऑफ कैनवस ऑफ द टेंट एट द रेट ऑफ 500 पर मीटर स्क्वायर। ओके, कहते भी जेकर 1 मीटर स्क्वायर का 500 रुपीज़ लग रहे है तो तुसी दसो भी टोटल कितना आएगा। सो अपने कोले 44 मीटर स्क्वायर है टोटल एरिया जिहड़ा भी अपना, तो मैं इत्थे लिख देना है कॉस्ट ऑफ 1 मीटर स्क्वायर, तो बेटे कितना है रुपीज़ 500 है ना। तो कॉस्ट ऑफ अपने को टोटल कितना हैगा गा, सो 44 मीटर स्क्वायर। सो इसका कितना आएगा 500 इंटू 44। सो आंसर आएगा जी अपने को 22,000 रुपीज़। डन हो गया जी। सो नेक्स्ट अपने को क्वेश्चन नंबर 8 है एक्सरसाइज 13.1 का। सो अपन को कहा गया है फ्रॉम अ सॉलिड सिलेंडर whose height is 2.4 centimeter and diameter is 1.4 centimeter. A conical cavity of same height and same diameter is hollowed out. Okay, so जिवें आपां नूं डायग्राम दे विच दिखाई दे रहा है, एक अपने कोले इस तरीके दा वुडन सिलेंडर है, कुछ इस तरीके दा, जिस दे विचों की कीता गया एक कॉनिकल कैविटी नूं रिमूव कर लिया गया कुछ इस तरीके। सो एक कॉनिकल कैविटी नूं की कर लिया गया रिमूव कर लिया गया। ओके, सो उन्होंने कहा है फाइंड द टोटल सरफेस एरिया ऑफ द रिमेनिंग सॉलिड। प्लीज़ बच्चे इत्थे ना TSA वगैरह दे नाल कन्फ्यूज़ हो जाते हैं, सो इदां दा काम नहीं करना। टोटल सरफेस एरिया ऑफ रिमेनिंग सॉलिड मतलब भी जो भी तुहाडा पिछे सॉलिड बच गया हुण उसका टोटल सरफेस एरिया कढ़ना, TSA वगैरह की गल नहीं हो रही, राइट। सो मैं इत्थे देखदा है भी आपां पेंट करन वाला पोर्शन अपने कोले किहड़ा है, तो तुसीं खुद सोचो। एक पोर्शन तो अपने कोले आह सिलेंडर की जिहड़ी सरफेस होगी आह वाला हो गया, राइट, कुछ ए वाला हो गया, तो हुण जिहड़ा विचकार वाले पोर्शन च इत्थे अपने कोले वी जी बन गई होगी, ये भी आपां नूं पेंट करना ही पऊगा कुछ इस तरीके, है ना। सो मेरे कोले जिहड़ा रिक्वायर्ड पोर्शन बचदा है उसनूं लिखण तो पहलां मैं इत्थे लिख दियां एक वारी हाइट अपने कोले कितनी है राजे। सो हाइट अपने कोले हैगी है 2.4 सेंटीमीटर, राइट। डायमीटर अपने कोले कितना दिता होया, डायमीटर हैगा जी 1.4 सेंटीमीटर, दैट मीन्स रेडियस अपने कोले हो जाएगा 0.7 सेंटीमीटर। ओके,
ਸੋ ਆਪਣੇ ਕੋਲੇ ਹਾਈਟ ਵੀ ਦਿੱਤੀ ਹੋਈ ਹੈ ਐਂਡ ਰੇਡੀਅਸ ਵੀ ਦਿੱਤਾ ਹੋਇਆ। ਐਂਡ ਇੱਕ ਮੇਨ ਗੱਲ ਇਹ ਹੈ ਵੀ ਉਹਨਾਂ ਨੇ ਕਿਹਾ ਜਿਹੜਾ ਆਪਣੇ ਕੋਲੇ ਸਿਲੰਡਰ ਸੀਗਾ ਐਂਡ ਜਿਹੜਾ ਕੋਨ ਰਿਮੂਵ ਕੀਤਾ ਹੈ, ਦੋਨਾਂ ਦਾ ਹਾਈਟ ਐਂਡ ਡਾਇਆਮੀਟਰ ਕੀ ਹੈ, ਸੇਮ। ਦੈਟ ਮੀਨਸ ਹਾਈਟ ਐਂਡ ਰੇਡੀਅਸ ਦੋਨੋਂ ਕੀ ਹੈ, ਉਹਨਾਂ ਦੇ ਸੇਮ ਹੀ ਹੈ। ਓਕੇ, ਸੋ ਜੇਕਰ ਆਪਾਂ ਇੱਥੇ ਗੱਲ ਕਰੀਏ ਰਿਕੁਆਇਰਡ ਏਰੀਆ, ਤਾਂ ਪਲੀਜ਼ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝਣਾ ਵੀ ਜਿਹੜਾ ਆਪਣੇ ਕੋਲੇ ਰਿਕੁਆਇਰਡ ਏਰੀਆ ਹੈ ਉਹ ਕਿਹੜਾ ਰਹੇਗਾ। ਸੋ ਮੈਂ ਇੱਥੇ ਲਿਖਣ ਜਾ ਰਿਹਾ, ਇੱਕ ਤਾਂ ਬੇਟੇ ਜਿਹੜਾ ਆਪਣੇ ਕੋਲੇ ਸਿਲੰਡਰ ਹੈ, ਸਿਲੰਡਰ ਦੀ ਸਾਈਡ ਵਾਈਜ਼ ਬਾਉਂਡਰੀ ਆਪਾਂ ਪੇਂਟ ਕਰਨੀ ਹੋਏਗੀ। ਮੀਨਸ ਟੂ ਸੇ ਕੁਛ ਆਹ ਵਾਲੇ ਪੋਰਸ਼ਨ ਦੀ ਮੈਂ ਗੱਲ ਕਰ ਰਿਹਾ, ਜਿਹੜਾ ਕੁਛ ਆਹ ਵਾਲਾ ਪੋਰਸ਼ਨ ਹੋਏਗਾ ਇਹ ਆਪਾਂ ਸਿਲੰਡਰ ਦਾ ਪੇਂਟ ਕਰਨਾ ਹੋਏਗਾ, ਰਾਈਟ। ਤਾਂ ਮੈਂ ਇੱਥੇ ਲਿਖ ਦਿੰਦਾ CSA ਆਫ ਸਿਲੰਡਰ। CSA ਲੱਗਿਆ ਸਿਲੰਡਰ ਦਾ, ਰਾਈਟ। ਬਹੁਤ ਧਿਆਨ ਨਾਲ ਸਮਝੋ ਪਲੀਜ਼। ਇੱਕ ਆਪਾਂ ਪੋਰਸ਼ਨ ਇਹ ਵਾਲਾ ਪੇਂਟ ਕਰਨਾ ਹੋਏਗਾ, ਜੋ ਆਹ ਵਾਲਾ ਪੋਰਸ਼ਨ ਹੈ ਇੱਥੇ ਵੀ ਆਪਾਂ ਨੂੰ ਪੇਂਟ ਕਰਨਾ ਪਏਗਾ, ਹੈ ਨਾ। ਸੋ ਇਹ ਹੋ ਗਿਆ ਜੀ ਆਪਣੇ ਕੋਲੇ CSA ਆਫ ਕੋਨ। ਓਕੇ, ਐਂਡ ਇੱਕ ਆਪਣੇ ਕੋਲੇ ਆਹ ਵਾਲਾ ਨੀਚੇ ਵੀ ਪੋਰਸ਼ਨ ਬਣਿਆ ਪਿਆ। ਸੋ ਇਹ ਵਾਲਾ ਪੋਰਸ਼ਨ ਜਿਹੜਾ ਬਿਲਕੁਲ ਨੀਚੇ ਰਹਿ ਜਾਏਗਾ, ਇਹ ਵੀ ਪੇਂਟ ਕਰਨਾ ਪਏਗਾ। ਸੋ ਇਹ ਹੋ ਜਾਏਗਾ ਜੀ ਆਪਣੇ ਕੋਲੇ πr² ਜਾਂ ਏਰੀਆ ਆਫ ਬੇਸ ਆਫ ਸਿਲੰਡਰ। ਸੋ ਮੇਰੇ ਕੋਲੇ ਫਾਰਮੂਲਾ ਲਗਾਇਆ, ਇਹ ਬਣ ਗਿਆ ਜੀ 2πrh ਪਲਸ πrl। ਫਾਰਮੂਲੇ ਪਲੀਜ਼ ਚੰਗੇ ਤਰੀਕੇ ਕਰ ਲਿਓ। ਇਹ ਹੋ ਗਿਆ ਜੀ πr²। ਓਕੇ, ਪਰ ਹੁਣ ਮੇਰੇ ਕੋਲ ਇੱਕ ਪ੍ਰੋਬਲਮ ਇਹ ਹੈ, L ਦੀ ਵੈਲਿਊ ਨਹੀਂ ਹੈਗੀ, ਹੈ ਨਾ। ਸੋ L ਦੀ ਵੈਲਿਊ ਕਿੱਥੋਂ ਆਊਗੀ? ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਵੀ ਆਪਾਂ L ਦੀ ਵੈਲਿਊ ਕਿਸ ਤਰੀਕੇ ਕੱਢਦੇ ਹੁੰਦੇ ਹਾਂ। ਸੋ L ਦੀ ਵੈਲਿਊ ਕੱਢਣ ਲਈ ਆਪਾਂ ਫਾਰਮੂਲਾ ਲਗਾਵਾਂਗੇ L = h² + r²। ਇਹੀ ਫਾਰਮੂਲਾ ਸੀਗਾ। ਸੋ ਫਾਰਮੂਲਾ ਲਾਇਆ ਜੀ h ਦਾ ਸਕੁਆਇਰ। ਸੋ h ਕਿੰਨਾ 2.4 ਦਾ ਸਕੁਆਇਰ, r ਆਪਣੇ ਕੋਲ ਕਿੰਨਾ ਹੈ 0.7 ਦਾ ਸਕੁਆਇਰ। ਸੋ ਪਹਿਲਾ ਹੋ ਗਿਆ ਜੀ 2.4 ਦਾ ਸਕੁਆਇਰ ਕਿੰਨਾ ਹੁੰਦਾ 5.76 ਐਂਡ 0.7 ਦਾ ਸਕੁਆਇਰ ਹੁੰਦਾ ਜੀ 0.49। ਸੋ ਓਵਰਆਲ ਜਿਹੜਾ ਆਪਣੇ ਕੋਲੇ ਆਨਸਰ ਆਇਆ, L ਦੀ ਵੈਲਿਊ ਬਣ ਗਈ 6.25 ਰੂਟ ਦੇ ਵਿੱਚ। ਸੋ ਦੈਟ ਮੀਨਸ L ਦੀ ਵੈਲਿਊ ਆਈ 2.5 ਸੈਂਟੀਮੀਟਰ। ਓਕੇ, ਸਹੀ ਹੈ। ਸੋ ਇੱਥੋਂ ਆਪਣੇ ਕੋਲੇ L ਦੀ ਵੈਲਿਊ ਕਿੰਨੀ ਆ ਗਈ 2.5 ਸੈਂਟੀਮੀਟਰ। ਓਕੇ, ਸੋ ਹੁਣ ਆਪਾਂ ਵੈਲਿਊਜ਼ ਪੁੱਟ ਕਰਦੇ ਹਾਂ। ਸੋ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਪਾਈ ਕਾਮਨ ਨਿਕਲ ਰਿਹਾ। ਸੋ ਪਾਈ ਮੈਂ ਕਾਮਨ ਕੱਢ ਦਿੰਦਾ। ਹੋਰ ਕੁਛ ਕਾਮਨ ਨਿਕਲਦਾ ਹੋਵੇ r। ਹਾਂਜੀ, ਸੋ ਪਹਿਲੇ ਨੰਬਰ 'ਤੇ ਬਚਿਆ 2h, ਸੈਕਿੰਡ ਨੰਬਰ 'ਤੇ ਆਪਣੇ ਕੋਲ ਬਚਿਆ ਇਕੱਲਾ L, ਤੀਸਰੇ ਨੰਬਰ 'ਤੇ ਬਚਿਆ ਆਪਣੇ ਕੋਲ ਇਕੱਲਾ r, ਹੈ ਨਾ, ਕਿਉਂਕਿ πr ਸਾਰੇ 'ਚੋਂ ਆਪਾਂ ਕਾਮਨ ਕੱਢ ਚੁੱਕੇ ਹਾਂ। ਸੋ ਪਾਈ ਦੀ ਵੈਲਿਊ ਪੁੱਟ ਕਰਦੇ ਹਾਂ 22.7। r ਦੀ ਵੈਲਿਊ ਮੈਂ ਇੱਥੇ ਪੁੱਟ ਕਰ ਦਿੰਦਾ। r ਆਪਣੇ ਕੋਲ ਕਿੰਨੀ ਸੀ 0.7 means to say 7/10। 2 into h ਦੀ ਵੈਲਿਊ ਪੁੱਟ ਕਰ ਦਿੰਦੇ ਆ 2.4 ਪਲੱਸ L ਦੀ ਵੈਲਿਊ ਪੁੱਟ ਕਰ ਦਿੰਦੇ ਆ। L ਆਪਣੇ ਕੋਲ ਕਿੰਨੀ ਸੀ 2.5 ਪਲੱਸ R ਦੀ ਵੈਲਿਊ ਪੁੱਟ ਕਰ ਦਿੰਦੇ ਆ ਕਿੰਨੀ ਸੀ 0.7। ਸੋ ਇਸ ਨੂੰ ਆਪਾਂ ਸੋਲਵ ਕਰ ਲੈਂਦੇ ਆ। 7 ਨਾਲ 7 ਕੱਟ ਹੋ ਗਿਆ, ਬਾਹਰ ਆਪਣੇ ਕੋਲ ਬਚਿਆ 22.10। ਇੱਥੇ ਆਪਣੇ ਕੋਲ ਅੰਦਰ ਬਚਦਾ ਹੈ 4.8 ਪਲੱਸ 2.5 ਪਲੱਸ 0.7। ਸੋ ਇਹ ਹੋ ਜਾਏਗਾ ਆਪਣੇ ਕੋਲੇ 3.2, ਰਾਈਟ। ਸੋ ਇਸ ਨੂੰ ਆਪਾਂ ਜੇਕਰ ਅੱਗੇ ਸੋਲਵ ਕਰੀਏ, ਇਹ ਆਪਣੇ ਕੋਲੇ ਬਣ ਜਾਏਗਾ 22.10 ਐਂਡ ਇਹ ਹੋ ਜਾਏਗਾ ਆਪਣੇ ਕੋਲੇ 8, ਰਾਈਟ। ਐਂਡ ਇਸ ਨੂੰ ਜਦੋਂ ਆਪਾਂ ਸੋਲਵ ਕਰਾਂਗੇ, ਦੇਖੋ ਇਹਨਾਂ ਦਾ ਪਲੱਸ ਕਿੰਨਾ ਹੋ ਜਾਏਗਾ ਆਪਣੇ ਕੋਲੇ 8 ਹੀ ਹੋ ਜਾਏਗਾ ਨਾ। ਐਂਡ ਜੇਕਰ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਅੱਗੇ, ਇਹ ਬਣਦਾ ਆਪਣੇ ਕੋਲੇ 176/10।
ਸੋ ਦੈਟ ਇਜ਼ ਆਪਣਾ ਆਨਸਰ ਹੋਏਗਾ 17.6 ਸੈਂਟੀਮੀਟਰ ਸਕੁਆਇਰ। ਸੋ ਇਹ ਆਪਣਾ ਜਿਹੜਾ ਏਰੀਆ ਆਇਆ, ਇਹ ਉਹ ਵਾਲਾ ਏਰੀਆ ਜੋ ਇਹਨਾਂ ਨੇ ਕਿਹਾ ਸੀ ਫਾਈਂਡ ਦਾ ਟੋਟਲ ਸਰਫੇਸ ਏਰੀਆ ਆਫ ਰਿਮੇਨਿੰਗ ਸੋਲਿਡ। ਸੋ ਦੈਟ ਇਜ਼ ਆਵਰ ਰਿਕੁਆਇਰਡ। ਸੋ ਨੈਕਸਟ ਆਪਣੇ ਕੋਲੇ ਕੁਐਸਚਨ ਨੰਬਰ 9th ਹੈ ਐਕਸਰਸਾਈਜ਼ 13.1 ਦਾ। ਸੋ ਆਪਾਂ ਨੂੰ ਕਿਹਾ ਗਿਆ a wooden article was made by scooping out hemisphere from each end of solid cylinder। ਓਕੇ, ਸੋ ਜਿਵੇਂ ਕਿ ਆਪਾਂ ਨੂੰ ਡਾਇਗਰਾਮ ਦੇ ਵਿੱਚ ਦਿਖਾਈ ਦੇ ਹੀ ਰਿਹਾ ਵੀ ਇੱਕ ਆਪਣੇ ਕੋਲੇ ਸਿਲੰਡਰ ਹੈ, ਉਸ ਦੇ ਦੋਨੋਂ ਸਾਈਡਸ ਤੋਂ ਹੈਮੀਸਫੀਅਰਸ ਨੂੰ ਸਕੂਪ ਆਊਟ ਕੀਤਾ ਗਿਆ ਹੈ ਨਾ, ਬਾਹਰ ਕੱਢ ਲਿਆ ਗਿਆ। ਤਾਂ ਉੱਥੇ ਫਿਰ ਓਬਵੀਅਸਲੀ ਕੁਛ ਇੱਦਾਂ ਦੀ ਸ਼ੇਪ ਜੀ ਬਣ ਹੀ ਚੁੱਕੀ ਹੋਊਗੀ। ਯੈਸ, ਓਕੇ। ਫਰਦਰ ਉਹਨਾਂ ਨੇ ਕਿਹਾ ਇਫ ਦਾ ਹਾਈਟ ਆਫ ਸਿਲੰਡਰ ਇਜ਼ 10 ਸੈਂਟੀਮੀਟਰ ਐਂਡ ਰੇਡੀਅਸ ਇਜ਼ 3.5 ਸੈਂਟੀਮੀਟਰ। ਓਕੇ, ਸੋ ਆਪਾਂ ਇੱਥੇ ਲਿਖ ਹੀ ਲੈਂਦੇ ਹਾਂ ਸਿਲੰਡਰੀਕਲ ਪੋਰਸ਼ਨ ਹੈ ਜਿਹੜਾ, ਉਸ ਦਾ ਜਿਹੜੀ ਹਾਈਟ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਜੀ 10 ਸੈਂਟੀਮੀਟਰ ਐਂਡ ਰੇਡੀਅਸ ਆ ਜਿਹੜਾ ਉਹ ਦਿੱਤਾ ਗਿਆ 3.5 ਸੈਂਟੀਮੀਟਰ। ਓਕੇ, ਉਹਨਾਂ ਨੇ ਕਿਹਾ ਫਾਈਂਡ ਟੋਟਲ ਸਰਫੇਸ ਏਰੀਆ ਆਫ ਆਰਟੀਕਲ। ਸੋ ਪਲੀਜ਼ ਇੱਥੇ ਫੇਰ ਕਨਫਿਊਜ਼ ਨਹੀਂ ਹੋਣਾ, ਜਿਹੜਾ ਟੋਟਲ ਸਰਫੇਸ ਏਰੀਆ ਵਰਡ ਉਹਨਾਂ ਨੇ ਦਿੱਤਾ ਹੈ ਇਸ ਦਾ ਮਤਲਬ TSA ਨਹੀਂ ਹੈਗਾ। ਜਦੋਂ ਵੀ ਬੱਚੇ ਦੋ ਸੋਲਿਡਸ ਨੂੰ ਮਿਲਾ ਕੇ ਕੋਈ ਚੀਜ਼ ਬਣਦੀ ਹੈ ਤਾਂ ਫਿਰ ਨਾ ਉੱਥੇ ਐਗਜ਼ਾਮੀਨਰ ਐਂ ਲਿਖ ਦਿੰਦਾ ਵੀ ਟੋਟਲ ਕੱਢੋ ਦੋਨਾਂ ਦਾ। ਸੋ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਤੇ ਤੁਸੀਂ TSA ਵਗੈਰਾ ਯੂਜ਼ ਕਰਨੇ ਆ, ਨੋ। ਠੀਕ ਹੈ, ਸੋ ਪਲੀਜ਼ ਕੁਐਸਚਨ ਨੂੰ ਸਮਝ ਕੇ ਕਰਨਾ ਹੈ, ਰੱਟਾ ਵਗੈਰਾ ਨਹੀਂ ਲਗਾਉਣਾ। ਤਾਂ ਆਪਾਂ ਇੱਥੇ ਦੇਖਦੇ ਹਾਂ ਵੀ ਆਪਾਂ ਕੀ ਕੁਛ ਕਰਨਾ ਹੋਊਗਾ। ਹੁਣ ਦੇਖੋ, ਇੱਕ ਤਾਂ ਮੈਂ ਇੱਥੇ ਜੇ ਰਿਕੁਆਇਰਡ ਏਰੀਆ ਦੀ ਗੱਲ ਕਰਾਂ, ਰਿਕੁਆਇਰਡ ਏਰੀਆ, ਸੋ ਇੱਕ ਚੀਜ਼ ਤਾਂ ਬੱਚੇ ਆਪਾਂ ਇੱਥੇ ਕਰਨੀ ਹੋਏਗੀ, ਮੈਂ ਲਿਖ ਦਿੰਦਾ ਜੀ CSA ਆਫ ਸਿਲੰਡਰ। ਹੁਣ ਤੁਸੀਂ ਖੁਦ ਦੱਸੋ ਵੀ CSA ਸਿਲੰਡਰ ਦਾ ਕਿਉਂ? ਬਿਕੋਜ਼ ਜਿਹੜਾ ਆਹ ਵਾਲਾ ਪੋਰਸ਼ਨ ਆ ਆਪਣਾ ਹੈ ਨਾ, ਤੁਸੀਂ ਦੇਖੋ ਆਹ ਵਾਲਾ ਪੋਰਸ਼ਨ ਜਿਹੜੀ ਵੀ ਬਾਉਂਡਰੀ ਹੋਏਗੀ ਇਹ ਤਾਂ ਆਪਾਂ ਸਾਰੀ ਪੇਂਟ ਕਰਨੀ ਹੋਏਗੀ। ਪੇਂਟ ਕਹਿਣ ਦਾ ਮਤਲਬ ਵੀ ਜੋ ਵੀ ਹੈ ਜਿਸ ਦਾ ਏਰੀਆ ਫਾਈਂਡ ਆਊਟ ਕਰਨਾ ਹੈ ਨਾ। ਓਕੇ, ਸੋ ਇੱਕ ਤਾਂ ਇਹ ਹੋ ਗਿਆ, ਹੋਰ ਕਿਹੜਾ ਹੋ ਗਿਆ? ਸੋ ਦੈਟਸ ਵਾਈ ਮੈਂ CSA ਲਗਾਤਾ ਸਿਲੰਡਰ ਦਾ। ਹੋਰ ਕਿਹੜਾ ਪੋਰਸ਼ਨ ਹੋ ਗਿਆ? ਮੈਂ ਇੱਥੇ ਲਿਖ ਦਿੰਦਾ CSA ਆਫ ਹੈਮੀਸਫੀਅਰ। CSA ਕਿਹੜੇ ਹੈਮੀਸਫੀਅਰ ਦਾ ਹੋ ਗਿਆ? ਜਿਹੜਾ ਉੱਪਰ ਲੱਗਿਆ ਹੋਇਆ, ਉੱਪਰ ਬਣਿਆ ਹੋਇਆ, ਜਿਵੇਂ ਕਿ ਆਪਣੇ ਕੋਲੇ ਆਹ ਵਾਲੇ ਪੋਰਸ਼ਨ ਦਾ CSA ਬਣੇਗਾ ਬੇਟੇ, ਹੈ ਨਾ। ਓਕੇ, ਪਲੱਸ ਪਾ ਰਹੇ ਹਾਂ ਜੀ CSA ਨੀਚੇ ਵਾਲੇ ਦਾ ਵੀ, ਬਿਕੋਜ਼ ਨੀਚੇ ਵੀ ਬਿਲਕੁਲ ਸੇਮ ਉਵੇਂ ਹੀ ਬਣ ਰਿਹਾ। ਸੋ ਆਹ ਵਾਲਾ ਪੋਰਸ਼ਨ ਹੈ ਜਿਹੜਾ ਆਪਣੇ ਕੋਲੇ ਰਿਕੁਆਇਰਡ ਬਚਦਾ ਹੈ ਨਾ, ਕੁਛ ਆਹ ਵਾਲਾ। ਸੋ ਸਾਰਾ ਜੇਕਰ ਆਪਾਂ ਗੱਲ ਕਰੀਏ, ਸੋ ਮੇਰੇ ਕੋਲੇ ਇੱਕ ਮੈਂ ਨੀਚੇ ਵੀ ਲਿਖੂੰਗਾ CSA ਆਫ ਹੈਮੀਸਫੀਅਰ। ਓਕੇ, ਸੋ ਪਲੀਜ਼ ਆਹ ਚੀਜ਼ ਮੇਨ ਹੁੰਦੀ ਹੈ, ਇਸ ਨੂੰ ਚੰਗੇ ਤਰੀਕੇ ਸਮਝਿਆ ਕਰੋ। ਡਨ। ਸੋ ਆਪਾਂ ਇੱਥੇ ਵੈਲਿਊਜ਼ ਪੁੱਟ ਕਰਦੇ ਹਾਂ। CSA ਆਫ ਹੈਮੀਸਫੀਅਰ ਪਹਿਲਾਂ ਆਪਣੇ ਕੋਲੇ ਸਿਲੰਡਰ ਦਾ ਬੇਟੇ ਕਿੰਨਾ ਹੈ 2πRH। ਅਗਲਾ ਆਪਣੇ ਕੋਲੇ ਹੈਮੀਸਫੀਅਰ ਦਾ 2πR²। ਉਦੋਂ ਅਗਲਾ ਆਪਣੇ ਕੋਲੇ ਫਿਰ ਹੈਮੀਸਫੀਅਰ ਦਾ 2πR²। ਓਕੇ, ਸੋ ਇਸ ਨੂੰ ਨਾ ਆਪਾਂ ਇੱਥੇ ਜੇ ਕਰ ਦਿੰਦੇ ਹਾਂ ਅੱਗੇ ਉੱਪਰ, ਇੱਥੇ ਜੇ ਕਰ ਦਿੰਦਾ ਜੀ ਮੈਂ। ਸੋ ਇਹ ਬਣਦਾ ਹੈ, ਸੋ ਸਭ ਤੋਂ ਪਹਿਲਾਂ 2πRH ਉਵੇਂ ਪਿਆ, ਪਲੱਸ ਪਾਇਆ, ਇਹ ਬਣ ਗਿਆ ਆਪਣੇ ਕੋਲੇ 2πR² + 2πR² ਮੀਨਸ ਟੂ ਸੇ 4πR²। ਕੁਛ ਕਾਮਨ ਨਿਕਲਦਾ ਹੈ, ਯੈਸ 2πR ਕਾਮਨ ਨਿਕਲ ਗਿਆ। ਹੁਣ ਬੇਟੇ R ਵਗੈਰਾ ਦੇਖੋ, R ਤਾਂ ਦੋਨਾਂ ਦਾ ਸੇਮ ਹੀ ਹੋਏਗਾ ਹੈ ਨਾ, ਉਨਾ ਹੀ ਹੈਮੀਸਫੀਅਰ ਦਾ ਉਨਾ ਹੀ ਸਿਲੰਡਰ ਦਾ। ਓਕੇ, ਸੋ ਆਪਣੇ ਕੋਲੇ ਬਚਿਆ ਅੰਦਰ H + 4R। ਹੁਣ ਅੱਗੇ ਜੇਕਰ ਆਪਾਂ ਦੇਖੀਏ 4R ਨਹੀਂ, ਬੇਸਿਕਲੀ ਇੱਥੇ ਬਚੇਗਾ 2R, ਕਿਉਂਕਿ ਇੱਕ 2 ਤਾਂ ਆਪਾਂ ਬਾਹਰ ਹੀ ਕੱਢ ਚੁੱਕੇ ਹਾਂ ਹੈ ਨਾ। ਸੋ 2 × ਪਾਈ ਦੀ ਵੈਲਿਊ 22.7, R ਦੀ ਵੈਲਿਊ 35.10 ਤੇ ਇੱਥੇ H ਦੀ ਵੈਲਿਊ, H ਕਿੰਨੀ ਸੀ ਆਪਣੇ ਕੋਲੇ? ਇਕੱਲੀ 10 + 2 × R
आर कितना सी बेटे अपने को 35.10 चाहे 3.5 है ना। सो मैं इत्थे जे कर दिना थोड़ी स्पेस ही उदां दी बन गई अपने को। सो पहला कटिंग कर देने जी, आ कट हो गया 5 ते इत्थे अपने को 2 आ गया, इत्थे अपने को 2 नाल 2 गया। सो बाहर बचा ओनली 22। ओके अंदर अपने को ब्रैकेट च की बचा 10 प्लस 3.5 इंटू 2 7। सो ये बच गया जी 22 इंटू 17 है ना, यही बच गया। सो इन्हां दी जिहड़ी मल्टीप्लाई होगी वो अपना की होगी रिक्वायर्ड आंसर। तो दसो फिर कितनी आ रही है। सो इन्हां दी मल्टीप्लाई आ रही है 374। सो 374 सेंटीमीटर स्क्वायर, ये अपना की होगी रिक्वायर्ड आंसर।